ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਅਗਸਤ 2019 ਨੂੰ ਭਾਰਤ ਦੀ ਰਾਜ ਸਭਾ ਨੇ ਜੰਮੂ ਕਸ਼ਮੀਰ ਰਾਜ ਖੇਤਰ ਵਿੱਚੋਂ 370 ਧਾਰਾ ਅਤੇ 35A ਧਾਰਾ ਨੂੰ ਮਨਸੂਖ ਕਰ ਦਿੱਤਾ। ਮਨਸੂਖ ਦਾ ਅਸਲ ਮਤਲਬ ਤਾਂ ਹੁੰਦਾ ਕਿ ਬਈ ਉਹਨੂੰ ਐਨੂਲਡ ਕਰ ਦਿੱਤਾ, ਪਰ ਜੋ ਬਿਆਨ ਗ੍ਰਹਿ ਮੰਤਰੀ ਸ਼ਾਹ ਜੀ ਨੇ ਰਾਜ ਸਭਾ ਵਿੱਚ ਦਿੱਤੇ ਹਨ ਉਸ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਹੈ ਕਿ 370 ਦੀ ਜਿਹੜੀ ਧਾਰਾ ਸੀ ਉਹ ਭਾਰਤ ਦੇ ਸੰਵਿਧਾਨ ਵਿੱਚ, ਮੇਰੇ ਕੋਲ ਭਾਰਤ ਦਾ ਸੰਵਿਧਾਨ ਹੈ ਜਿਸ ਦੇ ਆਧਾਰ 'ਤੇ ਅੱਜ ਮੈਂ ਸਾਰੀ ਗੱਲ ਕਰਾਂਗਾ ਕਿ ਭਾਰਤ ਦੇ ਸੰਵਿਧਾਨ ਵਿੱਚ ਇਹ ਟੈਂਪਰੇਰੀ ਇੰਤਜ਼ਾਮ ਸੀ ਅਤੇ ਇਸ ਨੂੰ ਅਸੀਂ ਰੱਦ ਕਰ ਦਿੱਤਾ। ਪਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਹਿਸਾਬ ਨਾਲ ਇਹ ਮਨਸੂਖ ਜਾਂ ਰੱਦ ਨਹੀਂ ਕੀਤੀ ਗਈ, ਇਸ ਨੂੰ ਸਸਪੈਂਡ ਕੀਤਾ ਗਿਆ, ਕਿਉਂਕਿ ਉਹਨਾਂ ਦੇ ਬਿਆਨਾਂ ਵਿੱਚ ਅਤੇ ਉਹਨਾਂ ਦੇ ਕਰਮ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਅੰਤਰ ਹੈ। ਜਿਸ ਵੇਲੇ ਉਹ ਕਹਿੰਦੇ ਹਨ ਕਿ 370 ਧਾਰਾ ਅਸੀਂ ਪੂਰੀ ਰੱਦ ਨਹੀਂ ਕੀਤੀ, ਉਸ ਦਾ ਕੁਝ ਪਾਰਟ ਰੱਦ ਕੀਤਾ, ਅਤੇ ਫਿਰ ਸਪਸ਼ਟ ਹੈਗਾ ਕਿ 370 ਧਾਰਾ ਹਾਲੇ ਵੀ ਸੰਵਿਧਾਨ ਵਿੱਚ ਮੌਜੂਦ ਹੈ। ਦੂਸਰੀ ਗੱਲ, 370 ਧਾਰਾ ਨੂੰ ਹੀ ਇਸਤੇਮਾਲ ਕਰਕੇ ਰਾਸ਼ਟਰਪਤੀ ਨੇ ਦੇਸ਼ ਦੀ ਕਾਰਜਕਾਰਨੀ ਨੂੰ ਇਹ ਅਪੀਲ ਕੀਤੀ, ਦੇਸ਼ ਦੀ ਪਾਰਲੀਮੈਂਟ ਨੂੰ ਇਹ ਅਪੀਲ ਕੀਤੀ ਕਿ ਉਹ ਇਸ ਹਿਸਾਬ ਨਾਲ 370 ਧਾਰਾ ਦੀਆਂ ਪ੍ਰਾਵਧਾਨਾਂ ਨੂੰ ਖਤਮ ਕਰ ਦੇਵੇ। ਅਤੇ ਜਦ ਰਾਸ਼ਟਰਪਤੀ 370 ਧਾਰਾ ਨੂੰ ਇਸਤੇਮਾਲ ਕਰਕੇ ਹੀ ਆਪਣੇ ਆਰਡਰ ਦੇ ਰਿਹਾ ਹੈ, ਆਪ ਜੀ ਨੂੰ ਮੈਂ ਉਹ ਅਸਲ ਰਾਜ ਪੱਤਰ ਅਤੇ ਰਾਸ਼ਟਰਪਤੀ ਜੀ ਦੇ ਆਰਡਰ ਆਪਣੇ ਇਸ ਅਤਿੰਦਰਪਾਲ ਸਿੰਘ ਖਾਲਿਸਤਾਨੀ ਚੈਨਲ 'ਤੇ ਦਿਖਾ ਰਿਹਾ ਹਾਂ। ਇਸ ਨੂੰ ਆਪ ਜੀ ਇੱਥੇ ਪੜ੍ਹੋ ਕਿ ਇਹ ਰਾਸ਼ਟਰਪਤੀ ਦੇ ਅਸਲ ਆਰਡਰ ਹਨ ਅਤੇ ਜੋ ਕੁਝ ਵੀ ਕਿਹਾ ਗਿਆ ਉਹ ਗਜ਼ਟ ਵਿੱਚ ਆ ਛਪਿਆ। ਇਸ ਨੂੰ ਧਿਆਨ ਨਾਲ ਦੇਖੋ ਔਰ ਪੜ੍ਹੋ। ਜੋ ਬਿਆਨ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਜੀ ਰਾਜ ਸਭਾ ਵਿੱਚ ਦੇ ਰਹੇ ਹਨ ਉਸ ਵਿੱਚੋਂ ਬੜਾ ਸਪਸ਼ਟ ਕਹਿ ਰਹੇ ਹਨ ਕਿ ਅਸੀਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਨੂੰ ਫਿਰ ਤੋਂ ਬਹਾਲ ਕਰਾਂਗੇ। ਜੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਨੂੰ ਫਿਰ ਤੋਂ ਬਹਾਲ ਕਰਨਗੇ, ਜਿਸ ਨੂੰ ਕਿ ਖਤਮ ਕਰ ਦਿੱਤਾ ਗਿਆ ਹੈ, ਜੰਮੂ ਕਸ਼ਮੀਰ ਦੇ ਜਿਹੜੇ ਕਿ ਰਾਜ ਦਾ ਦਰਜਾ ਸੀ ਉਸ ਰਾਜ ਦੇ ਦਰਜੇ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਗਿਆ ਹੈ, ਇੱਕ ਹਿੱਸਾ ਜੰਮੂ ਅਤੇ ਕਸ਼ਮੀਰ, ਇੱਕ ਹਿੱਸਾ ਲੱਦਾਖ। ਫਿਰ ਇਤਨਾ ਹੀ ਨਹੀਂ ਹੋਇਆ, ਜੰਮੂ ਅਤੇ ਕਸ਼ਮੀਰ ਰਾਜ ਦਾ ਪੁਨਰਗਠਨ ਵੀ ਕਰ ਦਿੱਤਾ ਗਿਆ। ਪੁਨਰਗਠਨ ਕਰਨ ਤੋਂ ਬਾਅਦ ਲੱਦਾਖ ਨੂੰ ਕਾਰਗਿਲ ਨਾਲ ਜੋੜ ਕੇ ਇੱਕ ਯੂਟੀ ਬਣਾ ਦਿੱਤੀ ਗਈ ਹੈ, ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਹੈ। ਦੂਸਰੀ ਫਿਰ ਕਸ਼ਮੀਰ ਅਤੇ ਜੰਮੂ ਨਾਲ ਜੋੜ ਕੇ ਇੱਕ ਯੂਟੀ ਬਣਾ ਦਿੱਤੀ ਗਈ ਹੈ। ਹੁਣ ਇੱਥੇ ਇਕੱਠੇ 4 ਕੰਮ ਕੀਤੇ ਗਏ ਹਨ ਅਖਬਾਰਾਂ ਵਿੱਚ, ਇੰਟਰਨੈਸ਼ਨਲ ਲੈਵਲ 'ਤੇ, ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਿਰਫ ਇਹ ਕਿਹਾ ਜਾ ਰਿਹਾ ਕਿ ਧਾਰਾ 370 ਰੱਦ ਕਰ ਦਿੱਤੀ ਗਈ ਹੈ ਜਾਂ ਮਨਸੂਖ ਕਰ ਦਿੱਤੀ ਗਈ ਹੈ। ਉਸ ਦੇ ਕਾਰਨ ਵੀ ਦੱਸੇ ਜਾ ਰਹੇ ਹਨ। ਉਸ ਦੇ ਵਿਸ਼ੇਸ਼ ਤੌਰ 'ਤੇ ਜਿਹੜੇ ਕਾਰਨ ਦੱਸੇ ਜਾ ਰਹੇ ਹਨ ਉਹ ਦੱਸੇ ਜਾ ਰਹੇ ਹਨ ਕਿ 2 ਸੰਵਿਧਾਨ ਸੀ, ਦੇਸ਼ ਵਿੱਚ 2 ਸੰਵਿਧਾਨ ਨਹੀਂ ਚੱਲ ਸਕਦੇ। ਦੋਹਰੀ ਨਾਗਰਿਕਤਾ ਸੀ, ਦੇਸ਼ ਵਿੱਚ ਦੋਹਰੀ ਨਾਗਰਿਕਤਾ ਨਹੀਂ ਚੱਲ ਸਕਦੀ। ਦੇਸ਼ ਵਿੱਚ 2 ਨਿਸ਼ਾਨ ਸੀ, 2 ਨਿਸ਼ਾਨ ਦੇਸ਼ ਵਿੱਚ ਨਹੀਂ ਚੱਲ ਸਕਦੇ। ਇਹ ਸ਼ਾਹ ਜੀ ਦਾ ਬਿਆਨ ਹੈ। ਫਿਰ ਉਹਨਾਂ ਨੇ ਉਸਦੇ ਆਰਥਿਕ ਕਾਰਨ ਦੱਸੇ ਹਨ। ਆਰਥਿਕ ਕਾਰਨਾਂ ਵਿੱਚੋਂ ਉਹਨਾਂ ਨੇ ਇਹ ਦੱਸਿਆ ਕਿ ਉੱਥੇ ਅਸੀਂ ਹੈਵੀ ਇੰਡਸਟਰੀ ਨਹੀਂ ਸੀ ਲਾ ਸਕਦੇ, ਉੱਥੇ ਅਸੀਂ ਜ਼ਮੀਨ ਨਹੀਂ ਸੀ ਖਰੀਦ ਸਕਦੇ, ਉੱਥੇ ਕੋਈ ਵੀ ਦੂਸਰਾ ਰਾਜ ਦਾ ਬੰਦਾ ਜਾਂ ਪੰਜਾਬ ਤੋਂ ਜਾ ਕੇ ਵੀ ਇੰਡਸਟਰੀ ਨਹੀਂ ਸੀ ਲਾ ਸਕਦਾ। ਉਹਨਾਂ ਨੇ ਪੰਜਾਬ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ। ਆਓ ਇਹਨਾਂ ਗੱਲਾਂ ਨੂੰ ਜ਼ਰਾ ਗੌਰ ਨਾਲ ਵਿਚਾਰੀਏ ਕਿ ਅਸਲ ਵਿੱਚ ਕੀ ਹੈ, ਕੀ ਕੀਤਾ ਗਿਆ ਹੈ, ਸਾਹਮਣੇ ਕੀ ਆਇਆ ਹੈ, ਇਸ ਦੀ ਸਾਜ਼ਿਸ਼ ਵਿੱਚ, ਪਿਛੋਕੜ ਵਿੱਚ ਕੀ ਚੱਲ ਰਿਹਾ ਹੈ ਅਤੇ ਭਵਿੱਖ ਵਿੱਚ ਕੀ ਹੋਵੇਗਾ। ਇਹਨਾਂ ਚੀਜ਼ਾਂ 'ਤੇ ਅਧਿਐਨ ਕਰਨਾ ਅਤੇ ਸਹੀ ਪਰਿਪੇਖ ਵਿੱਚ ਸੰਵਿਧਾਨ, ਭਾਰਤ ਦੇ ਸੰਵਿਧਾਨ ਅਨੁਸਾਰ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਉਂਕਿ ਜੋ ਕੁਛ ਵੀ WhatsApp ਯੂਨੀਵਰਸਿਟੀ, Facebook ਯੂਨੀਵਰਸਿਟੀ, ਭਾਰਤ ਸਰਕਾਰ ਦੇ
ज़्यादातर 98% खरीदे हुए मीडिया यूनिवर्सिटी वालों भारत सरकार वालों प्रायोजित ते स्पॉन्सर्ड करके जो बोल बुलवाए जा रहे हैं वो बोले जा रहे हैं। हुण इस इन्हां सारियां चारां गल्लां तो इलावा जम्मू कश्मीर के खिते का संबंध UN नाल भी है, क्योंकि UN दे भी चार्टर जम्मू कश्मीर है। UN दियां फोर्सेज भी, पीस कीपिंग फोर्सेज भी LOC ते जम्मू कश्मीर दियां सिचुएशन ते नज़र रखदियां हैं। तो जम्मू कश्मीर के मामले विच रेफरेंडम कराउण दा UN ने भी मता पास किया होया है। इन्हां सारियां परिपेखां विच सच नूं समझना ते सच नूं जानना साडे लई बड़ा जरूरी है। पहला आओ खेत्रफल की गल करिए। जम्मू कश्मीर कदे भी भारत का अभिन्न अंग नहीं रहा, कदे भी भारत का हिस्सा नहीं सी। जम्मू कश्मीर शुरू तो ही अफगानिस्तान का हिस्सा सी। जिस वेले काबुल अते कंधार नूं महाराजा रणजीत सिंह दियां फोर्सेज सरकारे खालसा दे राज अते सरकारा खालसा दियां फोर्सेज ने अकाली फूला सिंह, नवाब कपूर सिंह, जनरल जोरावर सिंह वर्गे जरनलों ने फतेह किया तिब्बत तक का इलाका, उस वेले जम्मू कश्मीर नूं अफगानिस्तान नालों तोड़ के अड करके सिख राज का हिस्सा बनाया गया। सिख राज का हिस्सा बनया तां पंजाब देश पंजाब नाल जुड़िया। हुण भारत नालों देश पंजाब का खिता भी अड सी, उसनूं देश पंजाब कहा जाता सी। पूरा भारत अंग्रेज़ों का गुलाम हो चुका सी, पर 1849 च जाके भारती लोगों के सहयोग नाल, भारत के सारे समुदायों के सहयोग नाल, भारतीय हिंदुत्व समाज के हम अंग्रेज़ों नाल मिल के लाहौर ते कीते गए हमले और सरकारे खालसा ते कीते गए हमलियां तो बाद 1849 नूं एक ट्रीटी तहत पंजाब गुलाम होया सी अंग्रेज़ों का, और वो गुलाम कराउण दे पिछे हिंदुत्व ते हिंदुस्तान की सरकार सी, भारत की सरकार सी, जो कि हुण भारत है, हिंदुस्तान नहीं है। जिस वेले पंजाब अंग्रेज़ों ने अपने कंट्रोल विच लिया, उस वेले ही जम्मू ते कश्मीर भी अंग्रेज़ों के कंट्रोल विच आया। तो पंजाब नूं सरकारे खालसा नूं और हराउण वास्ते उस वेले जम्मू कश्मीर दे हिंदू डोगरियां ने, हिंदू डोगरे महाराजिया ने, गुलाब सिंह वगैरह ने खालसा सरकार नाल धोखा किया, अंग्रेज़ों नूं सूह दिती, अंग्रेज़ों नूं अगे विक गए। तो एक ट्रीटी के तहत जम्मू कश्मीर अंग्रेज़ों ने हरी सिंह नूं, गुलाब सिंह नूं ते उसदे वंशजां नूं किश्तां विच मुल खरीदण के प्रावधान के तहत ट्रीटी की है। इस ट्रीटी नूं भी तुसीं देख लो, यह भी बड़ी जरूरी है। यह हैगा जम्मू कश्मीर का सूबे का पिछोकड़। इस पिछोकड़ विच ही फिर जम्मू कश्मीर नूं जिस वेले 1947 ते 47 तो बाद अंतम तौर ते 1952 विच भारत नाल मिलाया गया, जो भारत का संविधान कहता। मैं अपने वालों नहीं कह रहा। 17 नवंबर 1952 नूं 370 के अनुच्छेद नूं अंतम तौर ते अंतम छो दी गई, तो जम्मू कश्मीर का विलय भारत नाल होया अंतम तौर पर। तो भारत के संविधान विच लिखिया, धारा 370 विच यह भी लिखिया होया है। उस तो पहला जम्मू कश्मीर के राजनीतिक, आर्थिक, जियोग्राफिकल खेतरी खिते के संबंध जिहड़े पिछोकड़ ते ट्रीटियां हरी सिंह वालों, करण सिंह वालों कीतियां गईयां, वो ट्रीटियां भी तुसीं इत्थे नज़र च देख लो, ताकि असी ठोस आधार पर जम्मू कश्मीर की अज गल कर सकीए। वो इसलिए करनी बड़ी जरूरी हो गई है। असी नानक के पैरोकार हाँ, असी पंथ खालसा के पैरोकार हाँ। जम्मू कश्मीर तो पहला भी होका लैके आए सन मटन तो,
ਤੇ ਖਾਲਸੇ ਨੇ ਉਹਨਾਂ ਨੂੰ ਆਪਣੀ ਗਲਵਕੜੀ 'ਚ ਲਿਆ ਸੀ। ਅੱਜ ਜੰਮੂ ਕਸ਼ਮੀਰ ਨੂੰ ਫੇਰ ਕਰਫਿਊ ਲਾ ਕੇ 5 ਲੱਖ ਫੌਜਾਂ ਦੇ ਅਧੀਨ ਘਰਾਂ 'ਚ ਤੋੜ ਦਿੱਤਾ ਗਿਆ। ਸਾਰੇ ਕੰਟਰੋਲ ਫੌਜਾਂ ਦੇ ਕੋਲ ਹਨ, ਇੱਥੋਂ ਤੱਕ ਕਿ ਰੇਲਵੇ ਸਟੇਸ਼ਨ, ਪੈਟਰੋਲ ਪੰਪ, ਸਾਰੇ ਸਰਕਾਰੀ ਦਫ਼ਤਰ, ਸਾਰੇ ਰੇਡੀਓ ਸਟੇਸ਼ਨ, ਦੂਰਦਰਸ਼ਨ ਦੇ ਸਟੇਸ਼ਨ, ਸਭ ਤੇ ਫੌਜ ਨੇ ਆਪਣਾ ਕਬਜ਼ਾ ਕੀਤਾ ਹੋਇਆ। ਚੱਪੇ ਚੱਪੇ ਤੇ ਫੌਜ ਖੜੀ ਹੈ। ਔਰ ਇਸ ਤੋਂ ਇਲਾਵਾ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਕਮਿਊਨੀਕੇਸ਼ਨ ਦੇ ਸਾਰੇ ਸਾਧਨ ਤੋੜ ਦਿੱਤੇ ਗਏ ਹਨ, ਉੱਥੇ ਕਰਫਿਊ ਲਗਾ ਦਿੱਤਾ ਗਿਆ। ਤੇ ਅੱਜ ਫੇਰ ਉਹੀ ਖਾਲਸਾ ਪੰਥ ਜੰਮੂ ਕਸ਼ਮੀਰ ਨੂੰ ਆਪਣੀ ਸ਼ਰਨ ਵਿੱਚ ਲੈ ਕੇ ਜੰਮੂ ਕਸ਼ਮੀਰ ਦੀ ਆਵਾਜ਼ ਬਣ ਕੇ ਅੱਜ ਤੁਹਾਡੇ ਨਾਲ ਮੁਖਾਤਬ ਹੈ। ਦਾਸ ਖਾਲਸਾ ਪੰਥ ਵੱਲੋਂ ਜੰਮੂ ਕਸ਼ਮੀਰ ਦੀ ਆਵਾਜ਼ ਬਣ ਕੇ ਅੱਜ ਇੰਟਰਨੈਸ਼ਨਲ ਸਮੁਦਾਇ ਨਾਲ ਜੰਮੂ ਕਸ਼ਮੀਰ ਦੀ ਗੱਲ ਕਰਨਾ ਚਾਹੁੰਦਾ ਹੈ। ਉਹ ਕਰਨ ਤੋਂ ਪਹਿਲਾਂ ਭਾਰਤ ਤੇ ਜੰਮੂ ਕਸ਼ਮੀਰ ਦੇ ਇਸ ਨਕਸ਼ੇ ਨੂੰ ਦੇਖ ਲਓ, ਜੋ ਲਾਲ ਰੰਗ ਦਾ ਨਕਸ਼ਾ ਹੈ, ਉੱਪਰ ਜਿੰਨਾ ਪੋਰਸ਼ਨ ਲਾਲ ਕੀਤਾ ਗਿਆ, ਉਹ ਅਸਲ ਵਿੱਚ LOC ਦੇ ਅੰਤਰਗਤ ਭਾਰਤ ਦੇ ਕੰਟਰੋਲ ਹੇਠਾਂ ਹੈ। ਇਸ ਗੱਲ ਨੂੰ ਸਮਝ ਲਓ। ਤੇ ਜਿਹੜਾ ਲਾਲ ਰੰਗ ਤੋਂ ਉੱਪਰ 2 ਗ੍ਰੇ ਸੱਜੇ ਅਤੇ ਖੱਬੇ ਗ੍ਰੇ ਰੰਗ ਦੇ ਖਿੱਤੇ ਹਨ, ਇੱਕ ਪਾਸੇ ਜੋ ਤੁਹਾਨੂੰ ਸਾਹਮਣੇ ਸੱਜੇ ਪਾਸੇ ਦਿਖ ਰਿਹਾ, ਉਹ ਅੱਜ ਵੀ ਲੱਦਾਖ ਤੋਂ ਉੱਪਰਲਾ ਹਿੱਸਾ ਚੀਨ ਦੇ ਕਬਜ਼ੇ ਵਿੱਚ ਹੈ। ਤੇ ਇੱਧਰਲਾ ਖੱਬੇ ਪਾਸੇ ਵਾਲਾ ਹਿੱਸਾ ਜਿਹਨੂੰ ਮਕਬੂਜ਼ਾ ਕਸ਼ਮੀਰ ਕਿਹਾ ਜਾਂਦਾ, ਉਹ ਅੱਜ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ। ਤੇ ਮਕਬੂਜ਼ਾ ਕਸ਼ਮੀਰ ਨੂੰ ਪਾਕਿਸਤਾਨ ਨੇ ਆਟੋਨੋਮੀ ਕੰਟਰੀ ਵਿਦਿਨ ਸੋਵਰਨਿਟੀ ਦਿੱਤੀ ਹੋਈ ਹੈ। ਤੇ ਉੱਥੇ ਉਹਨਾਂ ਦੀ ਆਪਣੀ ਮਕਬੂਜ਼ਾ ਕਸ਼ਮੀਰ ਦੀ ਆਪਣੀ ਸਰਕਾਰ ਹੈ, ਆਪਣਾ ਪ੍ਰਧਾਨ ਮੰਤਰੀ ਹੈ। ਇਹ ਸਿਚੁਏਸ਼ਨ ਹੈ। ਇਸ ਨੂੰ ਜਰਾ ਹੋਰ ਗੌਰ ਨਾਲ ਮੈਂ ਕਲੋਜ਼ ਕਰ ਦਿੰਦਾ। ਇਸ ਨੂੰ ਦੇਖੋ, ਹੁਣ ਲਾਲ ਰੰਗ ਦੀ ਜਿਹੜੀ ਲਾਈਨ ਹੈਗੀ ਹੈ, ਇਹ LOC ਹੈ, ਐਕਚੁਅਲ ਕੰਟਰੋਲ ਲਾਈਨ। ਜਿਸ ਤੋਂ ਹੇਠਲਾ ਹਿੱਸਾ ਜਿਹੜਾ ਉੱਪਰਲਾ ਗ੍ਰੇ ਹਿੱਸਾ ਉਹ ਪਾਕਿਸਤਾਨ ਕੋਲ ਆ, ਉਹਨੂੰ ਮਕਬੂਜ਼ਾ ਕਸ਼ਮੀਰ ਕਿਹਾ ਜਾਂਦਾ। ਸਾਰਾ ਖਿੱਤਾ ਪਾਕਿਸਤਾਨ ਕੋਲ ਹੈ। ਹਾਲਾਂਕਿ ਦਿਖਾਇਆ ਭਾਰਤ ਦੇ ਨਕਸ਼ੇ ਹੀ ਜਾਂਦਾ, ਜਿਵੇਂ ਕਿ ਹੁਣ ਮੈਂ ਵੀ ਆਪ ਜੀ ਨੂੰ ਦਿਖਾ ਰਿਹਾ, ਕਿਉਂਕਿ ਜੇ ਇੰਜ ਨਾ ਦਿਖਾਈਏ ਤਾਂ ਸਾਡੇ 'ਤੇ ਵੀ ਮੇਰੇ 'ਤੇ ਵੀ ਟੈਰੋਰਿਜ਼ਮ ਐਕਟ ਲੱਗ ਸਕਦਾ, ਜੋ ਪਾਰਲੀਮੈਂਟ ਨੇ ਹੁਣੇ ਪਾਸ ਕੀਤਾ। ਜਿਹੜਾ ਦੂਸਰੇ ਪਾਸੇ ਵਾਲਾ ਗ੍ਰੇ ਹਿੱਸਾ ਉਹ ਚਾਈਨਾ ਦੇ ਕਬਜ਼ੇ ਵਿੱਚ ਹੈ। ਜਿੰਨੇ ਹਿੱਸੇ ਨੂੰ UT ਬਣਾਇਆ ਗਿਆ, ਵਿੱਚੋਂ ਮੈਂ ਆਪ ਜੀ ਲਾਈਨ ਦੇਖਦੇ ਹੋ ਇੱਕ ਪੀਲਾ ਹਿੱਸਾ ਹੈ, ਉਸ ਨੂੰ ਹੁਣ UT ਬਣਾ ਕੇ ਭਾਰਤ ਦੀ ਰਾਜ ਸਭਾ ਨੇ ਉਸ ਨੂੰ ਲੱਦਾਖ UT ਸਟੇਟਸ ਦੇ ਦਿੱਤਾ। ਤੇ ਜਿਹੜਾ ਨੀਲੇ ਰੰਗ ਦਾ ਹਿੱਸਾ ਹੈਗਾ, ਉਸ ਨੂੰ ਕਸ਼ਮੀਰ ਅਤੇ ਜੰਮੂ ਦਾ ਖਿੱਤਾ ਘੋਸ਼ਿਤ ਕਰਕੇ UT ਬਣਾ ਦਿੱਤਾ ਗਿਆ ਤੇ ਜੰਮੂ ਕਸ਼ਮੀਰ ਦੀ ਵੰਡ ਕਰ ਦਿੱਤੀ ਗਈ ਹੈ। ਇਸ ਨੂੰ ਸੰਵਿਧਾਨ ਦੀ ਧਾਰਾ 3 ਦੇ ਅੰਤਰਗਤ ਇਹ ਕਿਹਾ ਜਾਂਦਾ ਕਿ ਰਾਜ ਦਾ ਪੁਨਰਗਠਨ ਕਰ ਦਿੱਤਾ ਗਿਆ। ਹੁਣ ਹੋਇਆ ਕੀ ਹੈ? ਰਾਜ ਦਾ ਪੁਨਰਗਠਨ ਤਾਂ ਹੋਇਆ, ਪਰ ਸੰਵਿਧਾਨ ਇਹ ਕਹਿੰਦਾ ਹੈ ਕਿ ਕਿਸੇ ਵੀ ਰਾਜ ਦਾ ਪੁਨਰਗਠਨ ਕਰਨ ਤੋਂ ਪਹਿਲਾਂ ਉਸ ਰਾਜ ਦੀ ਵਿਧਾਨ ਸਭਾ ਵਿੱਚ ਅਜਿਹਾ ਬਿੱਲ ਪਾਸ ਹੋਣਾ ਚਾਹੀਦਾ ਤੇ ਉਸ ਬਿੱਲ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਅਜਿਹੀ ਬੇਨਤੀ ਕੀਤੀ ਜਾਣੀ ਚਾਹੀਦੀ ਹੈ ਕਿ ਮੇਰੇ ਰਾਜ ਦਾ ਪੁਨਰਗਠਨ ਕੀਤਾ ਜਾਏ ਤੇ ਉਸ ਦੇ ਇੰਨੇ ਭਾਗ ਕਰ ਦਿੱਤੇ ਜਾਣ, ਜਾਂ ਇਹ ਨਾ ਬਦਲ ਦਿੱਤਾ ਜਾਏ, ਜਾਂ ਇਹ ਖੇਤਰ ਵਿੱਚੋਂ ਕੱਢ ਲਿਆ ਜਾਏ, ਇਹ ਖੇਤਰ ਇੱਧਰ ਜੋੜ ਦਿੱਤਾ ਜਾਏ। ਫਿਰ ਰਾਸ਼ਟਰਪਤੀ ਜੀ ਉਸ ਨੂੰ ਵਿਧਾਇਕਾ ਪਾਰਲੀਮੈਂਟ ਨੂੰ, ਕਿਉਂਕਿ ਪਾਰਲੀਮੈਂਟ ਸੰਵਿਧਾਨ ਨਿਰਮਾਤਰੀ ਸਭਾ, ਫਿਰ ਰਾਸ਼ਟਰਪਤੀ ਜੀ ਉਹ ਸਿਫਾਰਿਸ਼ ਸੰਵਿਧਾਨ ਨਿਰਮਾਤਰੀ ਸਭਾ ਨੂੰ ਕਰਦੇ ਹਨ। ਸੰਵਿਧਾਨ ਨਿਰਮਾਤਰੀ ਸਭਾ ਦਾ ਅਪਰ ਹਾਊਸ ਰਾਜ ਸਭਾ। ਰਾਜ ਸਭਾ ਪੂਰੇ ਭਾਰਤ ਦੇ ਜਿਹੜੇ 28 ਸੂਬੇ ਨੇ ਉਹਨਾਂ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਗੱਲ ਸਮਝੋ, ਰਾਜ ਸਭਾ ਵਿੱਚ ਜਿਹੜੇ MPs ਨੇ ਉਹ ਸਾਰੀਆਂ ਹੀ ਵਿਧਾਨ ਸਭਾਵਾਂ ਦੀ ਪ੍ਰਤੀਨਿਧਤਾ ਕਰਦੇ ਨੇ। ਜਿਵੇਂ ਪੰਜਾਬ ਤੋਂ ਵੀ ਵਿਧਾਨ ਸਭਾ ਚੁਣ ਕੇ ਉੱਥੇ MP ਭੇਜਦੀ ਆ, ਰਾਜ ਸਭਾ ਦੇ ਮੈਂਬਰ ਹੁੰਦੇ ਹਨ। ਤੇ ਰਾਜ ਪੁਨਰਗਠਨ ਬਿੱਲ ਸੰਵਿਧਾਨਕ ਤੌਰ 'ਤੇ ਸੰਵਿਧਾਨ ਦੇ ਪ੍ਰਾਵਧਾਨ ਅਨੁਛੇਦਾਂ ਦੇ ਅਨੁਸਾਰ ਪਹਿਲਾਂ ਰਾਜ ਸਭਾ ਵਿੱਚ ਪਾਸ ਹੋਣਾ ਚਾਹੀਦਾ, ਉਸ ਤੋਂ ਬਾਅਦ ਲੋਕ ਸਭਾ ਵਿੱਚ ਜਾਣਾ ਚਾਹੀਦਾ। ਇਸੇ ਦੇ ਅੰਤਰਗਤ ਹੀ ਪਹਿਲਾਂ ਉਹ ਰਾਜ ਸਭਾ ਵਿੱਚ ਕੱਲ੍ਹ ਪਾਸ ਕੀਤਾ ਗਿਆ। ਜੋ ਪਾਸ ਕਰਾਉਣ ਦਾ ਢੰਗ ਅਤੇ ਤਰੀਕਾ ਉਹ ਫਾਸੀਵਾਦੀ ਹੈ, ਹਿੰਦੁਤਵਾ ਫਾਂਸੀਵਾਦੀ ਡਿਕਟੇਟਰਸ਼ਿਪ। ਬੜਾ ਸਪਸ਼ਟ
दास इस फतवे ਨੂੰ ਦੇ ਰਿਹਾ ਹੈ। क्यों दे रहा है? क्योंकि किसी भी राज जम्मू कश्मीर की विधान सभा ने राज के पुनर्गठन वास्ते कोई एक्ट नहीं बनाया, कोई बिल पास नहीं किया, कोई बेनती भारत नूं नहीं की, कोई भी बेनती राष्ट्रपति नूं नहीं की, कोई बेनती भारत की संसद नूं नहीं की। तो जब संविधान की धारा 3 मैं आप जी नूं पढ़ के स्पष्ट तौर पर दस देना, यह जे संविधान की धारा 3 कहती है, मैं स्क्रीन पर भी आप जी नूं दिखा देना कि किसी राज्य का क्षेत्र बढ़ाना, किसी भी राज का क्षेत्र घट करना, ਉਹਦੀਆਂ सीमावां विच मतलब जियोग्राफिकल खेतर विच परिवर्तन करना, या राज का नाम का भी परिवर्तन करन लई यह जरूरी है कि राज की विधान मंडल मतलब विधान सभा उस नमित पहला विचार किया जाए, एक अवधि एक टाइम पीरियड तय किया जाए जो संविधान दिता गया। इसकी बड़ियां व्याख्यावां भारत दियां सुप्रीम कोर्ट ने कीतियां ने। उस अवधि के अंदर अंदर ही फिर राष्ट्रपति उसका संज्ञान अनुज्ञान लए, उसकी पुष्टि करे, वो विधेयक राष्ट्रपति को जाए, फिर राष्ट्रपति उसनूं संसद विच पुनर्स्थापित करे ताकि संसद भारत के संविधान विच अजिहा प्रावधान कर सके। जम्मू कश्मीर के मामले च जिवें राज का पुनर्गठन किया गया, वो मैं फिर कह रहा हाँ नाजीवादी ढंग नाल किया गया, तो वह हिंदुत्व नाजीवादी तरीका अपनाया गया। उसनूं हिंदुत्व फासीवादी तौर पर पूरा करवाया गया। तो हुण भारत विच हिंदुत्व फासीवादी लोकतंत्र की विधायिका अते सरकार चल रही है, जिन्हों असी कह सकते हैं डेमोक्रेटिक फासीवादी हिंदुत्व सरकार। क्योंकि जो ढंग अते तरीका अपनाया गया वो सारा का सारा गैर विधानिक है। जिस ढंग नाल जम्मू अते कश्मीर का राज का पुनर्गठन उत्थों के लोगों की राय लए बिना ही कर दिता गया है, उत्थों के लोगों के चुने हुए प्रतिनिधियों तो बिना ही कर दिता गया है, उस ढंग नाल तां कल नूं फिर पंजाब भी खत्म कर दिता जाएगा। अब मान के चलो कि अगला कुहाड़ा पंजाब ते चलेगा, उस तो अगला कुहाड़ा हो सकता बंगाल ते चल जाए, उस तो बाद अगला कुहाड़ा भारत के दखनी सारे द्राविड़ सारे सूबियां ते चल जाए। क्योंकि हिंदुत्व ने ठान लिया कि इस देश विच इक्को धर्म होएगा, इक्को विधान होएगा, इक्को निशान होएगा। अजिहा भारत के गृह मंत्री ने बड़ा स्पष्ट तौर पर राज्यसभा अपने भाषण कह दिता। तो इसलिए मैं देश दियाँ 87% शेड्यूल कास्ट OBC घट गिनतियां ते सारे वर्गां नूं बेनती करना चाहुंदा कि वो हुण जाग जान ते एकमुठ हो जान। उन्हां दी ही शक्ति नाल मैनूं कहने च कोई रुकावट नहीं है, कोई इस गलत फहमी भी नहीं है कि 87% लोगों वालों मिली हुई वोट की शक्ति राही ही श्री मोदी जी ने हुण फिर सरकार बनाई है, जिसके गृह मंत्री शाह जी बने हैं। जिस डॉक्टर भीमराव अंबेडकर जी ने यह संविधान बनाने वास्ते अपनी शहादत दे दी, पूरी जिंदगी लगा दी, उससे जिन्होंने उस पूरी जिंदगी समझाता रहा कि तुसी हिंदू नहीं हो, तुसी हिंदू नहीं हो, तुहानू हिंदू अपने शामिल नहीं करता। RSS ने कर कर जाके उससे ही समुचे 87% समुदाय नूं यह समझाने सफलता ग्रहण कर ली कि तुसी हिंदू हो। ब्राह्मण 1.5-2% ब्राह्मण ने 87% की शक्ति नाल हिंदुत्व सरकार बनाई है। जिन्ने भी कावड़ी घूमते हैं तुसी देख लो, जिन्ने भी माता वाले पासे जाते हैं तुसी सारिਆਂ ਨੂੰ देख लो, सारे शेड्यूल कास्ट हैं जिन्होंने भारत के संविधान विच, और सारे ही डॉक्टर भीमराव अंबेडकर की ताकत हैं। इन्हां सारिਆਂ ने मिल के डॉक्टर भीमराव अंबेडकर नूं इस संविधान को स्थिर करके हिंदुत्व सरकार नूं वोट पवा के अज
मैं कहना चाहुंदा कि डॉक्टर भीम राव अंबेडकर के सारे निशानियां नूं उसने कतल कर दिता। यह गल सोचण वाली, यह गल समझण वाली है। अगर ताकत ना दिती जाती तो अजा ना होंदा। इस नालों तो चंगी एमरजेंसी सी जिसनूं भाजपा वाले भी और अकाली दल वाले भी कई बारी कहते हैं कि कांग्रेस की सरकार ने देश ते एमरजेंसी लगाई। घट्टो घट्ट ऐलानिया तो सी। वर्तमान जिहड़े हालात बना दिते गए हैं, लिंचिंग राही, धमकियां राही, अंदर खाते साजिशां रच के सारे धर्मां नूं निगलन वाले जिहड़े सारा वातावरण निर्मित कर दिता गया। डर, भै, मौत दा खौफ, अपनी नस्ल नूं घट गिनतियां दी नस्ल अते शेड्यूल कास्ट नस्ल नूं खत्म करन दा खौफ जिहड़ा मनां विच बिठा दिता गया है। और जिहड़ी वाक सुतंत्रता खो ली गई है, जिहड़ी मीडिया की सुतंत्रता खो ली गई है, इलैक्ट्रॉनिक ते प्रिंट मीडिया दोनों और सारे ही लेखकों की, संविधानक माहिरां की बोलन की समर्था नूं जिसने हिंदुत्व के अंदर निगल लिया तो चुप करा दिता। यह देश विच अनएलानी हिंदुत्व फासीवादी एमरजेंसी है। उस दे अंतर्गत हुण भारत नूं मुकम्मल तौर पर हिंदुत्व कर्फ्यू के अधीन लिया के सारा कुछ किया जा रहा। तो मैं स्पष्ट कर देना चाहना कि श्रोमणी अकाली दल नूं भी RSS ने हुण अपना ब्राह्मण अकाली दल का विंग स्थापित कर लिया, क्योंकि श्रोमणी अकाली दल जिहड़ा कि वाहद तौर पर भारत विच फैडरल ढांचे की वध अधिकारां की आटोनोमी की गल करदा सी, उसने भी जम्मू और कश्मीर के इस 370 धारा नूं जिहड़ा आटोनोमी का उसनूं दर्जा मिलिया होया सी, जिहड़ा उसनूं विशेष दर्जा मिलिया होया सी, सॉवरनिटी विद इन सॉवरनिटी मिली हुई सी, उसनूं खत्म कराउण वास्ते हिंदुत्व ताकतां दा फांसीवादी हिंदुत्व सोच का उसने समर्थन ही नहीं किया, सगों उसके हक विच भुगत गए, उसनूं वोट पाई है। इसलिए हुण तो सिखां नूं समझ जाना चाहिए कि उन्होंने अपने सारा कुछ ही पूरे पंथक साइकी नूं ही ब्राह्मण अकाली साइकी तब्दील करार दिता गया। जिस तरीके नाल राष्ट्रीय सिख संगत RSS का एक अंग है, उस तरीके नाल ही हुण राष्ट्रीय सिख संगत राही पंजाब विच ते खालसा पंथ विच ब्राह्मण अकाली दल बादल उन्हां दा विंग बन चुका जे, जिसका कब्जा साढ़े 5 तख्तां ते भी है, साड़ियाँ सारियां गुरुद्वारा प्रबंधक कमेटियां ते भी है, जम्मू कश्मीर की गुरुद्वारा प्रबंधक कमेटी ते भी उन्हां दा ही कब्जा है, सारे भारत दीयां प्रबंधक कमेटियां ते उन्हां दा कब्जा चल रहा है। इसे लिए ही कोई गुरुद्वारा प्रबंधक कमेटी नहीं बोली, पूरे भारत विचों कोई भी सिंह सभा नहीं बोली, हाले तक पूरे संसार विचों किसी भी गुरुद्वारा प्रबंधक कमेटी ने इस संबंधी कोई भी मते पास करके नहीं भेजे हैं। तो हुण सिखां अगे एक बहुत वड्डा सवाल पैदा हो गया कि जिहड़ा जम्मू ते कश्मीर का खिता सरकारे खालसा करके देश पंजाब नाल जुड़न करके भारत का अंग बनया सी, अज उसे जम्मू कश्मीर के खिते नूं विलीन करन तो बाद, उसके स्टेटस नूं खत्म करन तो बाद देश पंजाब दे उस खिते ते खालसा पंथ का दावा 3 हिस्सों में वंड दिता गया। एक UT कारगिल बना दिता गया, एक UT जम्मू कश्मीर बना दिता गया, एक चाइना कोल है, एक मकबूजा कश्मीर पाकिस्तान कोल है। साडा दावा भी वंडिया गया। तो जिहड़े जम्मू कश्मीर भारत दे विचले जम्मू कश्मीर सिख रह रहे सन, उन्हां दे दावे नूं भी हमेशा लिए खत्म कर दिता गया। मैं हुणे जिस वेले पंचम पातशाह जी के शहीदी दिहाड़े ते गुरुद्वारा गोल गुजराल विखे सद्या गया सा, मैं संगत नूं उत्थे स्टेज ते कहा सी कि जम्मू कश्मीर का सिख बहुत वड्डियां मूर्खतावां कर रहा, जो अपने 33% खालसा लैंड ते अपना दावा नहीं करता। जिवें जम्मू कश्मीर के ब्राह्मणों ने पंडितां ने अपने दावे पेश किए, उन्होंने लई अड खिते ते अड टैरेटरी बनाने दे मते पास होए, क्यों नहीं सिखां ने कीते?
मैं बड़ी वारी उन्होंने अपील की, पिछलियां इलैक्शनां भी की, गुरुद्वारा इलैक्शनां भी मैं उत्थे गया, उदों ही मैं उन्होंने बहुत वड्डियां बेनतियां करके आया। उन्होंने सारे जम्मू के सारे ही खेतरां मैं प्रचार भी करके आया, पर दास दी किसी ने भी गल नहीं सुनी। पता नहीं सिख अकल वाली, विधान वाली, संविधान वाली, ਜਿਹੜੇ हक मिलते हैं इस संविधान के तहत जिन्हों ਲਈ ਉਹਨਾਂ ਨੂੰ एंटाइटल किया गया, पता नहीं उन्होंने ही मानतावां क्यों नहीं देंदे। जिन्होंने हक मिले ने उन्होंने तो ठोकरां मारी जाते हैं, तो ਜਿਹੜੇ हक नहीं मिले हुए उन्होंने वास्ते वो अपनियां शहादतां दई जा रहे हैं। इनू सियानफ नहीं किया जाता। ਜਿਹੜੇ हक मिले ने पहला उन्होंने तो अपने घर ही सुरक्षित कर लो। उन्होंने हकों का इस्तेमाल करके अगले लिए संघर्ष करना राजनीतिक सियानफ होंदी है। कश्मीरी च कह के आया सी इसे साल ही 4 महीने पहला कि धारा 370 रद्द हो जाएगी, 35A रद्द हो जाएगी, सिखां दे अधिकार खत्म कर दिते जाएंगे, जम्मू कश्मीर के अधिकार खत्म कर दिते जाएंगे। जम्मू कश्मीर की विधान सभा की हुण उदों इलैक्शन होएगी जदों हिंदुत्व सरकार जम्मू राही ते बाकी सूबियां राही हिंदुत्व वोटां नूं वधा के, हिंदुत्व सीटां नूं वधा के वो विधान सभा अपनी मेजॉरिटी जब तक साबित नहीं कर लैंदी, बना नहीं लांदी, उदों तक जम्मू कश्मीर दीयां इलैक्शनां नहीं कराईयां जाणगीआं। यह जिहड़ा हुण मनसूख किया गया है धारा 370 नूं, उसे साजिश के अधीन किया गया जिसनूं दास ने सतगुणां दी मेहर ते बख्शिश नाल 4 महीने पहलां आगाह किया सी। हूबहू उवें होया है। शाह जी ने कहा कि असीं विधान सभा नूं मुड़ बहाल कर देंगे। क्यों किया? जे मुड़ बहाल ही करनी है तो फिर उसनूं रद्द करन दी की लोड़ सी, सस्पेंड करन दी की लोड़ सी? इसका जवाब कि भारत सरकार दे सकती है, भारत की संसद दे सकती है। उन्हां कोल कोई जवाब नहीं है क्योंकि यह गैर संविधानक काम किया गया। एक संपूर्ण राज नूं उसकी डिमोशन करके, मतलब सिंपल जी गल है कि उसके अहुदे नूं घटा के, उच्च अहुदे नूं खत्म करके, उसका घटा करके उस नूं अधूरे राज के रूप विच खड़ा कर दिता गया। यह बिल जिहड़ा 5 अगस्त 2019 नूं राज सभा विच पेश किया गया, उसका इहो अर्थ है। हुण जम्मू कश्मीर कोल विधान सभा नहीं होएगी, वो यूटी बन गई है, लद्दाख यूटी बन गया। हुण उत्थे गवर्नर मलिक साहब जिहड़े 5 दिन पहलां कह रहे सन कि अजिहा कुछ नहीं होएगा, उन्होंने भी धोखे च रखा गया। हुण 5 दिनों बाद बिल बनन तो बाद उत्थों के गवर्नर नहीं रह सकते क्योंकि हुण उत्थे लैफ्टिनेंट गवर्नर नियुक्त किया जाएगा। जिवें दिल्ली च लैफ्टिनेंट गवर्नर होंदा, पांडुचेरी च लैफ्टिनेंट गवर्नर होंदा। हुण दिल्ली की तर्ज ते ही जम्मू कश्मीर की लंगड़ी विधान सभा कायम की जाएगी जिहदे कोल सारे अधिकार नहीं होणगे, तो उत्थे लैफ्टिनेंट गवर्नर होएगा। इसे तरीके नाल ही एक लैफ्टिनेंट गवर्नर लद्दाख का भी प्रबंध देखेगा। हुण इत्थे मेरे फिर कुछ सवाल ने भारत सरकार अगे और उस हिंदुत्व ताकत अगे जिस हिंदुत्व RSS ने श्री गोवलकर जी की बंच ऑफ थाट किताब विच लिखिया सी कि RSS तो जनसंघ जिहड़ी कि पुरानी बॉडी सी इन्हां दी, वो धारा 370 नूं खत्म कराएगी, जम्मू कश्मीर का आखिरी विलय भारत के अंदर करवाएगी, 2 विधान नहीं चलणगे, 2 निशान नहीं चलणगे। तो यह भारत सरकार का एजेंडा नहीं सी क्योंकि भारत सरकार का एजेंडा, राजनीतिक पार्टियां का एजेंडा भारत के इस संविधान नाल जुड़िया होया है। कोई मर्जी पार्टी आ जाए, उसके एजेंडे इलैक्शन मैनीफेस्टो भारत के संविधान तो बाहर नहीं हो सकते। वो RSS के फासीवादी ताकतों के एजेंडे सन जिन्होंने भारत सरकार ने अपना एजेंडा बना लिया। उन इस विचों ही भारत सरकार राम मंदिर का भी निर्माण करवाएगी। देख लिया जे सामने आवेगा। इतना ही नहीं होया, जड़ियाँ गल्लां समझण वालियां ने बिल्कुल सारे मीडिया ते गलत प्रचार किया जा रहा। दोहरी नागरिकता का की मतलब है? दोहरी नागरिकता का मतलब है कि जम्मू कश्मीर विधान सभा विच 24 सीटां हुण तक
बेगम मुफ्ती जी दे मुख मंत्री जी दे विच भाजपा भी बराबर दी भाईवाल सी, ਉਹਦੇ ਵਿੱਚ 24 ਸੀਟਾਂ ਮਕਬੂजा कश्मीर ਦੀਆਂ ਦੇ MLA ਵਾਸਤੇ ਸੁਰੱਖਿਅਤ ਰੱਖੀਆਂ ਜਾਂਦੀਆਂ ਸਨ ਤੇ ਉਹਨਾਂ ਨੂੰ ਖਾਲੀ ਰੱਖਿਆ ਜਾਂਦਾ ਸੀ। ਭਾਰਤ ਦਾ ਇਲੈਕਸ਼ਨ ਕਮਿਸ਼ਨਰ ਡਿਕਲੇਅਰ ਕਰਦਾ ਸੀ ਕਿ ਉੱਥੇ ਉਹ ਇਲੈਕਸ਼ਨ ਨਹੀਂ ਕਰਾ ਪਾਇਆ, ਇਸ ਲਈ ਉਹ ਸੀਟਾਂ ਖਾਲੀ ਰਹਿਣਗੀਆਂ। 1952 ਤੋਂ ਲੈ ਕੇ ਅੱਜ ਤੱਕ ਉਹ ਸੀਟਾਂ 24 ਸੀਟਾਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਿੱਚ ਹਮੇਸ਼ਾ ਖਾਲੀ ਰਹੀਆਂ ਨੇ ਕਿ ਭਾਰਤ ਸਰਕਾਰ ਹੁਣ ਜਿਹੜਾ ਉਹਨੇ एक्ट पास किया, अज जड़ा लोक सभा भी एक्ट पास हो जाना है कि भारत सरकार ने उन्होंने 24 सीटां ते अपना दावा खत्म कर दिता। इसका मतलब है भारत सरकार ने मकबूजा कश्मीर ते भी दावा खत्म कर दिता। इस ते भारत सरकार ने जो चीन के कब्जे च कश्मीर है उस ते भी अपना दावा खत्म कर दिता, जिस दावे नूं मरहूम वाजपेयी प्रधानमंत्री जी ने एक बारी पेश किया सी ते कश्मीर के शासकों ने उन्होंने बड़ा स्पष्ट कह दिता सी कि सरकारे खालसा का खिता है तो असी सरकारे खालसा नाल ही गल करांगे, भारत नाल इस संबंध च गल नहीं करांगे। ऑन रिकॉर्डेड गल है। हुण उन्हां ते की इन्होंने अपने दावे खत्म कर दिते हैं? मेरा सवाल है। जो कहते ने दोहरी नागरिकता असी खत्म कर दी, जो कहते ने जम्मू कश्मीर चो 370 खत्म करके असी हमेशा ਲਈ जम्मू कश्मीर नूं भारत दा अंग बना लिया, जो कहते ने दो निशान असी खत्म कर दिते तो मकबूजा कश्मीर विचलियां 24 सीटां भी की हुण खत्म होणगियां ते अगे तो जम्मू कश्मीर की विधान सभा चो खाली नहीं रहणगियां? इसका जवाब चाहिए। हुण दो निशान वाली गल ते भी बहुत झूठ बोलिया जा रहा। पिछले टर्म ही मोदी साहब इस तो पहला जिस वेले प्रधानमंत्री सन, क्योंकि वो पहली पार्लीमेंट भी प्रधानमंत्री सन, उदों उन्होंने नागालैंड की नागा नेशन नाल बकायदा उसके लीडर नाल समझौता किया तो उन्होंने भी उन्होंने दो निशान ते वध अधिकारां दी थ्योरी ते आटोनोमी दे के आए। बकायदा प्रधानमंत्री श्री नरेंद्र भाई मोदी ने वो समझौता किया। जे जम्मू कश्मीर तुसी 370 धारा रद्द करन तो बाद दो निशान तुसी कहंदे हो पार्लीमेंट असीं खत्म कर दिते, फिर स्पष्टीकरण चाहिए देश नूं, घट्टो घट्ट खालसा पंथ वालों ਅਤੇ ਇੰਦਰਪਾਲ ਸਿੰਘ ਨੂੰ ਸਪਸ਼ਟੀਕਰਨ ਚਾਹੀਦਾ, क्योंकि मैं देश का नागरिक हाँ, मैं भारत के संविधान का अपने आप एक माहर विशेषज्ञ भी हाँ। मैनू जवाब दिओ कि नागालैंड विचों की वो विशेष दर्जा ਅਤੇ नागालैंड की विधान सभा ते जिहड़ा दूसरा झंडा नागिਆਂ ਦਾ लहरा रहा, दूजा निशान उत्थे सरकार का चल रहा है, कि उसनूं भी रद्द करोगे? कि अरुणाचल के स्टेटस नूं भी रद्द करोगे? कि मणिपुर के स्टेटस नूं भी रद्द करोगे? कि आसाम के स्टेटस नूं भी रद्द करोगे? मिजोरम के स्टेटस नूं भी रद्द करोगे? शायद साडे नाल बहुत वड्डा धोखा किया जा रहा है तो भारत की 125 करोड़ आबादी नूं बहुत ही साजिशी ढंग नाल मीडिया नूं अपने नाल रला के गुमराह किया जा रहा है, जहर उगलिया जा रहा है तो भारत की एकता ते अखंडता नाल खेडिया जा रहा है, जिहड़ी कि खुद सरकार तोड़ रही है, उसनूं लुकोया जा रहा है तो देश नूं बिल्कुल ही खंडित करन वाले पासे तुरिया जा रहा है। कला 370 धारा का संबंध नहीं जे, 370 धारा के अंतर्गत ही भारत के इसे संविधान ही मैं फिर तुहानूं स्क्रीन ते दिखा रहा, 371 धारा भी हैगी है। 371 धारा महाराष्ट्र ते गुजरात नूं जिहड़ा कहंदे ने कि बई आ धारा 370 एक टैंपरेरी अरेंजमेंट सी ते हुण देश विच टैंपरेरी अरेंजमेंट नहीं चल सकते। वो तो कह रहे हैं 70 सालों तो झूठ बोल रहे हैं, क्योंकि जिहड़ा अरेंजमेंट आरंभ होया उसकी मिति भारत के संविधान 17 नवंबर 1952 लिखी हुई है। भारत के पार्लीमेंट चो छपे संविधान के पेज नंबर 164 ते, पेज नंबर 165 ते है महाराष्ट्र ते गुजरात स्टेट्स लई विशेष अधिकारां दे संबंध, उन्होंने भी खास अधिकार मिल। अज तक मीडिया ने तुहानूं नहीं दस्या विदर्भ नूं,
ਮਰਾਠਵਾੜਾ ਨੂੰ, ਸ਼ੇਸ਼ ਮਹਾਰਾਸ਼ਟਰ ਨੂੰ, ਸੌਰਾਸ਼ਟਰ ਨੂੰ, ਕੱਛ ਨੂੰ, ਸ਼ੇਸ਼ ਗੁਜਰਾਤ ਨੂੰ ਪ੍ਰਥਕ ਮਤਲਬ ਸੈਪਰੇਟ ਵਿਕਾਸ ਬੋਰਡ ਸਥਾਪਿਤ ਕਰਨ ਦੇ ਵਿਸ਼ੇਸ਼ ਅਧਿਕਾਰ ਮਿਲੇ ਨੇ। ਤੇ ਇਹਨਾਂ ਵਿੱਚੋਂ ਹਰ ਇੱਕ ਬੋਰਡ ਨੂੰ ਵਿਧਾਨ ਸਭਾ ਵੱਲੋਂ ਪ੍ਰਤੀ ਵਰਸ਼ ਮਤਲਬ ਹਰ ਸਾਲ ਵਿਸ਼ੇਸ਼ ਖਰਚੇ ਦਿੱਤੇ ਜਾਂਦੇ ਨੇ। ਉੱਥੇ ਹੋਰ ਵੀ ਬੜੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ABC ਵਿੱਚ 3 ਭਾਗਾਂ ਵਿੱਚ ਭਾਰਤ ਦੀ ਸੰਵਿਧਾਨ ਦੀ ਧਾਰਾ 371 ਵਿੱਚ ਦਰਜ ਕੀਤਾ ਗਿਆ। ਹੁਣ ਇਹ ਵੀ ਇੱਕ ਟੈਂਪਰੇਰੀ ਜਿਹੜੇ ਇੰਤਜ਼ਾਮ ਕੀਤੇ ਗਏ ਨੇ, ਇਹ ਭਾਰਤ ਦੇ ਸੰਵਿਧਾਨ ਦੇ ਭਾਗ 21 ਵਿੱਚ, ਜਿਨ੍ਹਾਂ ਦਾ ਮਤਲਬ ਹੈ ਸਥਾਈ ਸੰਕਰਮਣਕਾਲੀਨ ਔਰ ਵਿਸ਼ੇਸ਼ ਉਪਬੰਧ, ਜਿਨ੍ਹਾਂ ਨੂੰ ਇਹ ਬਾਰ-ਬਾਰ ਕਹਿੰਦੇ ਨੇ ਟੈਂਪਰੇਰੀ ਅਰੇਂਜਮੈਂਟ ਸੀ। ਤੇ ਇਹ 371 ਵੀ ਟੈਂਪਰੇਰੀ ਅਰੇਂਜਮੈਂਟ ਹੈ, ਜਿਹੜਾ ਮਹਾਰਾਸ਼ਟਰ, ਸੌਰਾਸ਼ਟਰ ਤੇ ਗੁਜਰਾਤ ਲਈ ਖਾਸ ਤੌਰ ਤੇ ਕੀਤਾ ਗਿਆ, ਜਿੱਥੋਂ ਸ਼ਾਹ ਜੀ ਤੇ ਮੋਦੀ ਜੀ ਦਾ ਪੈਤਰਿਕ ਸੂਬਾ, ਕਿ ਉਹ ਵੀ ਖਤਮ ਹੋਏਗਾ ਹੁਣ। ਦੂਸਰਾ ਸਵਾਲ, 371 ਇਹ ਰਾਹੀਂ ਨਾਗਾਲੈਂਡ ਵਿੱਚ ਵੀ ਇਹ ਵਿਸ਼ੇਸ਼ ਦਰਜਾ, ਜਿਸ ਦੀ ਮੈਂ ਹੁਣੇ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ, ਕਿ ਉਸ ਨੂੰ ਵੀ ਹੁਣ ਰੱਦ ਕੀਤਾ ਜਾਏਗਾ। ਉੱਥੇ ਵੀ 2 ਨਿਸ਼ਾਨ ਖਤਮ ਕੀਤੇ ਜਾਣਗੇ, 2 ਵਿਧਾਨ ਖਤਮ ਕੀਤੇ, ਆਟੋਨੋਮੀ ਜਿਹੜੀ ਦਿੱਤੀ ਗਈ ਹੈ ਉਹਨੂੰ ਖਤਮ ਕੀਤਾ ਜਾਏਗਾ। ਜਿਹੜਾ ਗੋਰਖਾਲੈਂਡ ਨੂੰ ਆਟੋਨੋਮੀ ਦਿੱਤੀ ਗਈ ਹੈ, ਗੋਰਖਾਲੈਂਡ ਵਿਕਾਸ ਬੋਰਡ ਬਣਾਇਆ ਗਿਆ, ਕਿ ਉਹ ਵੀ ਖਤਮ ਕੀਤਾ ਜਾਵੇਗਾ। ਮੈਨੂੰ ਇਸ ਦਾ ਜਵਾਬ ਚਾਹੀਦਾ। ਇਸ ਤੋਂ ਇਲਾਵਾ 371 ਖਾਈ ਅਸਾਮ ਲਈ ਵਿਸ਼ੇਸ਼ ਉਪਬੰਧ ਕੀਤੇ ਗਏ ਹਨ। 371 ਗਾ ਲਈ ਮਣੀਪੁਰ ਵਾਸਤੇ, 371 ਘਾਹ ਲਈ ਆਂਧਰ ਪ੍ਰਦੇਸ਼ ਵਾਸਤੇ, ਅਤੇ ਇਸ ਤੋਂ ਬਾਅਦ 371 ਦੇ ਅਗਲੇ ਪੋਰਸ਼ਨ E ਅਤੇ F ਵਿੱਚ ਆਂਧਰ ਪ੍ਰਦੇਸ਼ ਅਤੇ ਸਿੱਕਮ ਵਾਸਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 371 I ਵਿੱਚ ਗੋਆ ਰਾਜ ਵਾਸਤੇ ਸੇਮ ਪ੍ਰਬੰਧ ਕੀਤੇ ਗਏ ਹਨ। ਹੁਣ ਮੇਰਾ ਸਵਾਲ ਹੈ ਦੇਸ਼ ਦੇ ਸਮੁੱਚੇ ਮੀਡੀਆ ਅੱਗੇ, ਸਮੁੱਚੇ ਨਾਗਰਿਕਾਂ ਅੱਗੇ, ਜੇ 370 ਦਾ ਧਾਰਾ ਦੇ ਤਹਿਤ ਮਿਲੇ ਵਿਸ਼ੇਸ਼ ਅਧਿਕਾਰ ਆਟੋਨੋਮੀ J&K ਨੂੰ ਰੱਦ ਕੀਤੀ ਗਈ, ਕਿ ਇਹਨਾਂ ਸੂਬਿਆਂ ਦੀ ਵੀ ਰੱਦ ਕੀਤੀ ਜਾਵੇਗੀ। ਫਿਰ ਤਾਂ ਸਮਾਨਤਾ ਦਾ ਅਧਿਕਾਰ ਹੈ। ਭਾਰਤ ਦਾ ਸੰਵਿਧਾਨ ਸਾਰੇ ਰਾਜਾਂ ਨੂੰ, ਰਾਜਾਂ ਦੇ ਸਾਰੇ ਨਾਗਰਿਕਾਂ ਨੂੰ ਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਕਾਨੂੰਨ, ਸੰਵਿਧਾਨ ਵਿਵਸਥਾ, ਵਿਧਾਇਕਾ ਲਾਗੂ ਕਰਨ ਦਾ ਪ੍ਰਣ ਦਿੰਦਾ ਤੇ ਉਹਦੀ ਰੱਖਿਆ ਵੀ ਕਰਦਾ। ਇਹ ਮੌਲਿਕ ਅਧਿਕਾਰਾਂ ਵਿੱਚ ਵੀ ਲਿਖਿਆ ਗਿਆ, 2 ਵਾਰੀ ਇਹ ਚੀਜ਼ ਲਿਖੀ ਗਈ ਹੈ ਸੰਵਿਧਾਨ ਵਿੱਚ। ਤਾਂ ਫਿਰ ਕੀ ਸਾਰੀ ਸਮਾਨਤਾ ਦੇਸ਼ ਵਿੱਚ ਸਥਾਪਿਤ ਕੀਤੀ ਜਾਏਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫੇਸਬੁੱਕ ਮੀਡੀਆ 'ਤੇ ਵੀ ਚੱਲ ਰਿਹਾ ਕਿ ਹੁਣ ਜੀ ਜਾ ਕੇ ਜੰਮੂ ਕਸ਼ਮੀਰ ਵਿੱਚ ਪਲਾਟ ਖਰੀਦ ਲਓ। ਉਹ ਵੀ ਕਹਿ ਰਹੇ ਨੇ ਹੁਣ ਪੰਜਾਬ ਦੇ ਲੋਕ ਜਾ ਕੇ, ਭਾਰਤ ਦੇ ਗ੍ਰਹਿ ਮੰਤਰੀ ਨੇ ਵੀ ਕਿਹਾ ਜੰਮੂ ਕਸ਼ਮੀਰ ਵਿੱਚ ਹੈਵੀ ਇੰਡਸਟਰੀ ਲਾ ਸਕਦੇ ਨੇ। ਸ਼ਾਹ ਜੀ ਧੋਖੇ ਨਾ ਦਿਓ। ਜੇ ਤੁਸੀਂ ਸੱਚੇ ਹੋ ਤਾਂ ਅਤਿੰਦਰਪਾਲ ਸਿੰਘ ਤੁਹਾਡੇ ਤੋਂ ਡਿਮਾਂਡ ਕਰਦਾ ਕਿ ਪਹਿਲਾਂ ਮੈਨੂੰ ਮੇਰੇ ਗੁਆਂਢ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਖਰੀਦਣ ਦਾ ਅਧਿਕਾਰ ਲੈ ਕੇ ਦਿਓ, ਇੰਡਸਟਰੀ ਲਾਉਣ ਦਾ ਅਧਿਕਾਰ ਲੈ ਕੇ ਦਿਓ, ਕਿਉਂਕਿ ਉੱਥੇ ਵੀ ਗੈਰ ਹਿਮਾਚਲੀਆਂ ਪਾਸੇ ਅਧਿਕਾਰ ਨਹੀਂ ਹੈ। ਰਾਜਸਥਾਨ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੈ। ਕੱਛ ਦੇ ਉਹਨਾਂ ਕਿਸਾਨਾਂ ਨੂੰ ਫਿਰ ਤੁਸੀਂ ਕਿਉਂ ਉਜਾੜਦੇ ਪਏ ਹੋ? ਮੋਦੀ ਸਾਹਿਬ ਕਿਉਂ ਉਜਾੜ ਕੇ ਪੰਜਾਬ ਭੇਜ ਰਹੇ ਨੇ, ਜਿਨ੍ਹਾਂ ਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਵਸਾਇਆ ਔਰ ਕੱਛ ਜਿਨ੍ਹਾਂ ਨੇ ਆਬਾਦ ਕੀਤਾ? ਫਿਰ ਉਹਨਾਂ ਤੋਂ ਉਹਨਾਂ ਦੇ ਮੌਲਿਕ ਅਧਿਕਾਰ ਕਿਉਂ ਖੋਏ ਜਾ ਰਹੇ ਨੇ? ਸ਼ਿਲਾਂਗ ਤੋਂ ਸਿੱਖਾਂ ਨੂੰ ਕਿਉਂ ਉਜਾੜਿਆ ਜਾ ਰਿਹਾ? ਗੁਰਦੁਆਰਾ ਡਾਂਗ ਮਾਰ ਤੋਂ ਸਿੱਖਾਂ ਨੂੰ ਕਿਉਂ ਉਜਾੜਿਆ ਜਾ ਰਿਹਾ? ਗਿਆਨ ਗੋਦੜੀ ਗੁਰਦੁਆਰਾ ਸਾਹਿਬ ਕਿਉਂ ਨਹੀਂ ਬਣਾਇਆ ਜਾ ਰਿਹਾ? ਹਰਿਆਣਾਈ ਸਿੱਖਾਂ ਨਾਲ ਕਿਉਂ ਬੇਇਨਸਾਫੀ ਕੀਤੀ ਜਾਂਦੀ ਹੈ? ਦਿੱਲੀ ਸਿੱਖਾਂ ਨਾਲ ਕਿਉਂ ਬੇਇਨਸਾਫੀ ਕੀਤੀ ਜਾਂਦੀ ਹੈ? ਪਹਿਲਾਂ ਤਾਂ ਸਾਨੂੰ ਦੇ ਲਓ। ਹੁਣ ਸਾਨੂੰ ਤੁਸੀਂ ਲੱਗੇ ਹੋ ਹਵਾਈ ਚਾੜਨ ਕੇ ਕਸ਼ਮੀਰ ਜਾਓ ਅਤੇ ਉੱਥੇ ਜ਼ਮੀਨਾਂ ਖਰੀਦ ਲਓ। ਪਹਿਲਾਂ ਤਾਂ ਜ਼ਮੀਨਾਂ ਦਵਾ ਦਿਓ।
ਅਤਿੰਦਰਪਾਲ ਸਿੰਘ ਹਿਮਾਚਲ ਵਿੱਚ, ਰਾਜਸਥਾਨ ਵਿੱਚ, ਗੁਜਰਾਤ ਦੇ ਕੱਛ ਵਿੱਚ ਉਹਨਾਂ ਹੀ ਕਿਸਾਨਾਂ ਨਾਲ ਵਸਣਾ ਚਾਹੁੰਦਾ ਜਿਨ੍ਹਾਂ ਕਿਸਾਨਾਂ ਨੂੰ ਤੁਸੀਂ ਉਜਾੜਿਆ। ਉਹ ਅਧਿਕਾਰ ਤਾਂ ਸਾਨੂੰ ਪਹਿਲਾਂ ਦਿਓ। ਕਿ ਦੇਸ਼ ਉਹ ਅਧਿਕਾਰ ਦੇਗਾ ਜਿਹੜਾ ਦੇਸ਼ ਕਹਿ ਰਿਹਾ ਕਿ ਅਸੀਂ ਇੱਕ ਸਮਾਨ ਕਾਨੂੰਨ ਕਰ ਦਿੱਤਾ, ਹੁਣ ਸਾਰਿਆਂ ਨੂੰ ਜੰਮੂ ਕਸ਼ਮੀਰ ਵਿੱਚ ਬੜਾ ਰੌਲਾ ਪਾਇਆ ਜਾ ਰਿਹਾ। ਤੇ ਭਾਈ ਜੰਮੂ ਕਸ਼ਮੀਰ ਵਿੱਚ ਤਾਂ ਚਲੋ ਅਧਿਕਾਰ ਮਿਲੇਗਾ ਕਿ ਨਹੀਂ ਮਿਲੇਗਾ ਇਹ ਤਾਂ ਹਲੇ ਭਵਿੱਖ ਦੱਸੇਗਾ। ਤੁਹਾਡੇ ਹੱਥ ਹੀ ਚਲੇ ਕੁਛ ਨਹੀਂ ਹੈ, ਕਿਉਂਕਿ 370 ਪੂਰੇ ਤਰੀਕੇ ਨਾਲ ਰੱਦ ਨਹੀਂ ਹੋਈ ਹੈ। ਖੁਦ ਗ੍ਰਹਿ ਮੰਤਰੀ ਕਹਿ ਰਿਹਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਉਸ ਨੂੰ ਅਸੀਂ ਕਦੋਂ ਬਹਾਲ ਕਰਦੇ ਹਾਂ। ਉਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਉਸ ਤੋਂ ਵੀ ਮੈਂ ਪਰਦਾ ਚੁੱਕਾਂਗਾ। ਪਰ ਅੱਜ ਮੈਂ ਡਿਮਾਂਡ ਕਰਦਾ ਹਾਂ ਕਿ ਕੀ ਮੈਨੂੰ ਇਹ ਅਧਿਕਾਰ ਦੇ ਰਹੇ ਹੋ? ਜੇ ਨਹੀਂ ਦੇ ਰਹੇ ਤਾਂ ਫਿਰ ਤੁਸੀਂ ਝੂਠ ਬੋਲ ਰਹੇ ਹੋ, ਛਲ ਕਰ ਰਹੇ ਹੋ, ਸਾਜ਼ਿਸ਼ੀ ਢੰਗ ਨਾਲ ਦੇਸ਼ ਨੂੰ ਵੰਡਦੇ ਪਏ ਹੋ। ਮੈਂ 87% ਲੋਕਾਂ ਨੂੰ ਫਿਰ ਬੇਨਤੀ ਕਰਦਾ ਕਿ ਡਾਕਟਰ ਅੰਬੇਡਕਰ ਦੇ ਸਿਪਾਹੀਓ ਆਓ ਇੱਕ ਹੋ ਜਾਓ ਘੱਟ ਗਿਣਤੀਆਂ ਨਾਲ। ਐਵੇਂ ਹੀ ਬ੍ਰਾਹਮਣ ਦੀਆਂ ਨੀਤੀਆਂ ਤੇ ਉਹਦੀ ਡੁਗਡੁਗੀ ਤੇ ਨਾ ਕਦੇ ਕਾਵੜੀ ਬਣੀ ਜਾਓ, ਕਦੇ ਮਾਤਾਲ ਭੱਜੀ ਜਾਓ ਤੇ ਕਦੇ ਉਹਨਾਂ ਨੂੰ ਵੋਟ ਪਾਈ ਜਾਓ ਕਿ ਹਮ ਵੀ ਹਿੰਦੂ ਹੈ। ਉਹ ਨਹੀਂ ਜੇ ਮੰਨਦੇ ਤੁਹਾਨੂੰ। ਜੇ ਮੰਨਦੇ ਹੁੰਦੇ ਤੇ ਰਾਸ਼ਟਰਪਤੀ ਮਹਾਮਹਿਮ ਕੋਵਿੰਦ ਜੀ ਨੂੰ ਕਦੇ ਵੀ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਹਰੋਂ ਨਾ ਭਜਾਇਆ ਜਾਂਦਾ। ਅਗਰ RSS ਕਹਿੰਦੀ ਹੈ ਕਿ ਨਹੀਂ ਅਸੀਂ ਵੀ ਭੇਦ ਨਹੀਂ ਕਰਦੇ, ਗੋਲਕਰ ਦੇ ਲੋਕ ਜੇ ਕਹਿੰਦੇ ਨੇ ਅਸੀਂ ਕੋਈ ਵੀ ਐਸੀ ਧਰਮ ਭੇਦ ਦੀ ਨੀਤੀ ਜਾਂ ਛੂਆਛਾਤ ਦੀ ਨੀਤੀ ਨਹੀਂ ਮੰਨਦੇ, ਤੇ ਭਾਈ ਮੈਂ ਤੁਹਾਡੇ ਅੱਗੇ ਚੈਲੰਜ ਸੁੱਟਦਾ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸੰਘ ਦੀਆਂ ਵੀ, RSS ਦੀਆਂ ਵੀ ਤੇ ਭਾਜਪਾ ਦੀਆਂ ਵੀ ਬਹੁਤ ਸਾਰੀਆਂ ਧੀਆਂ ਇਸਲਾਮਿਕ ਲੋਕਾਂ ਨਾਲ ਵਿਆਹੀਆਂ ਹੋਈਆਂ ਨੇ। ਜੇ ਤੁਸੀਂ ਉਹਨਾਂ ਨੂੰ ਪ੍ਰਵਾਨ ਕਰ ਲਿਆ ਤੇ ਸ੍ਰੀ ਕੋਵਿੰਦ ਜੀ ਦੇ ਖਾਨਦਾਨ ਵਿੱਚ ਵੀ ਤੁਸੀਂ ਆਪਣੇ ਬ੍ਰਾਹਮਣ ਮੁੰਡੇ ਵਿਆਹੋ, ਬ੍ਰਾਹਮਣ ਕੁੜੀਆਂ ਵਿਆਹੋ, ਫਿਰ ਮੰਨਾਂਗੇ ਕਿ ਤੁਸੀਂ ਭਾਰਤ ਵਿੱਚੋਂ ਸਾਰੇ ਮਤਭੇਦ ਖਤਮ ਕਰਨਾ ਚਾਹੁੰਦੇ ਹੋ। ਨਹੀਂ ਤਾਂ ਤੁਸੀਂ ਦੇਸ਼ ਨੂੰ ਵੰਡਦੇ ਪਏ ਹੋ, ਬੜੇ ਸਾਜ਼ਿਸ਼ੀ ਢੰਗ ਨਾਲ ਵੰਡਦੇ ਪਏ ਹੋ। ਹੁਣ ਆਓ ਇਸ ਗੱਲ 'ਤੇ ਆਖਰੀ ਗੱਲ ਕਰਕੇ ਸਮਾਪਤੀ ਕਰਾਂ ਕਿ ਇਹ ਮਨਸੂਖ ਕਿਉਂ ਕੀਤੇ ਗਏ ਹਨ ਸਾਰੀਆਂ ਚੀਜ਼ਾਂ। UT ਕਿਉਂ ਬਣਾਇਆ ਗਿਆ ਹੈ? ਇਸ ਲਈ ਬਣਾਇਆ ਗਿਆ, UT ਬਣਾਉਣ ਦੇ ਨਾਲ ਹੀ ਜੰਮੂ ਖਿੱਤੇ ਵਿੱਚ 7 ਸੀਟਾਂ ਵਧਾ ਦਿੱਤੀਆਂ ਗਈਆਂ ਹਨ। ਇਸ ਦੀ ਚਰਚਾ ਤੁਹਾਨੂੰ ਕੋਈ ਵੀ ਮੀਡੀਆ ਵਾਲਾ ਨਹੀਂ ਸੁਣਾ ਰਿਹਾ। ਭਾਰਤ ਦੇ ਇਲੈਕਸ਼ਨ ਕਮਿਸ਼ਨਰ ਨੂੰ ਕਹਿ ਦਿੱਤਾ ਗਿਆ ਹੈ ਕਿ ਵਿਧਾਨ ਸਭਾਵਾਂ ਦੀਆਂ ਸੀਟਾਂ ਦੀ ਨਵੇਂ ਸਿਰੇ ਤੋਂ ਤੁਸੀਂ ਬਣਤਰ ਬਣਾਓ ਤੇ ਉਸ ਦੀਆਂ 7 ਸੀਟਾਂ ਵਧਾ ਦਿਓ। ਕਿਉਂ ਵਧਾ ਦਿਓ? ਇਸ ਲਈ ਤਾਂ ਕਿ ਕਸ਼ਮੀਰ ਮਾਈਨੋਰਿਟੀ 'ਚ ਆ ਜਾਏ ਤੇ ਹਿੰਦੂਤਵਾ ਮੈਜੋਰਟੀ 'ਚ ਆ ਜਾਏ। ਜਿਸ ਵੇਲੇ ਉਹ ਮੈਜੋਰਟੀ 'ਚ ਆਏਗੀ, ਉਹ ਜੋ ਇਹ ਨੀਤੀਆਂ ਪਾਸ ਕੀਤੀਆਂ ਗਈਆਂ ਨੇ ਉਹਨਾਂ ਨੂੰ ਉਸ ਵਿਧਾਨ ਸਭਾ ਉਦੋਂ ਬਹਾਲ ਕਰਨਗੇ। ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਹੁਣ ਬਹਾਲ ਨਹੀਂ ਹੁੰਦੀ। ਇਸ ਲਈ ਮੈਂ ਕਸ਼ਮੀਰ ਆਵਾਮ ਦਾ ਅੱਜ ਬੁਲਾਰਾ ਬਣ ਕੇ ਤੁਹਾਡੇ ਨਾਲ ਗੱਲ ਕਰ ਰਿਹਾ। ਕਸ਼ਮੀਰੀਓ, ਖਾਲਸਾ ਤੁਹਾਡੇ ਨਾਲ ਖੜਾ ਤੇ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਆ ਜੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਤੋਂ ਤੁਹਾਡੇ ਨਾਲ ਖੜਾ ਤੇ ਉਹ ਹਮੇਸ਼ਾ ਆਪਣੇ ਦਾਅਵੇ ਨੂੰ ਲੈ ਕੇ ਖੜਾ ਰਹੇਗਾ। ਦੂਸਰੀ ਗੱਲ, ਕਸ਼ਮੀਰ ਵਿੱਚ ਠੀਕ ਉਸੇ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਜੇ ਜਿਵੇਂ ਜੂਨ 84 ਤੋਂ ਬਾਅਦ ਪੰਜਾਬ ਵਿੱਚ ਹੋਇਆ। ਪੰਜਾਬ ਪਹਿਲਾਂ ਦੇਸ਼ ਵਿੱਚ ਪ੍ਰਾਵਧਾਨ ਸੀ 6 ਮਹੀਨੇ ਤੋਂ ਵੱਧ ਗਵਰਨਰ ਰੂਲ ਲਾਗੂ ਨਹੀਂ ਕੀਤਾ ਜਾ ਸਕਦਾ। ਪੰਜਾਬ ਵਾਸਤੇ ਖਾਸ ਤੌਰ 'ਤੇ 1984 'ਚ ਬਿੱਲ ਪਾਸ ਕੀਤਾ ਗਿਆ ਸੀ। ਅਕਾਲੀ ਦਲ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ ਰਿਹਾ ਸੀ ਕਿਉਂਕਿ ਇਹਨਾਂ ਦੀ ਉਸ ਸ਼ਮੂਲੀਅਤ ਸੀ। ਮੈਂ ਬਾਰ-ਬਾਰ ਤੁਹਾਨੂੰ ਜ਼ਿਕਰ ਕਰ ਰਿਹਾ, ਸੰਭਲੋ ਕੀ ਸ਼ਮੂਲੀਅਤ ਸੀ ਕਿ ਪੰਜਾਬ ਵਿੱਚ ਹੁਣ ਰਾਸ਼ਟਰਪਤੀ ਸ਼ਾਸਨ 2 ਸਾਲ ਤੱਕ ਨਿਰਬਾਧ ਰੂਪ ਵਿੱਚ ਚੱਲਦਾ ਰਹੇਗਾ। ਕਿਸੇ ਪਾਸੇ ਤੋਂ ਵੀ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ। ਹੁਣ ਕਿਉਂਕਿ ਜੰਮੂ ਕਸ਼ਮੀਰ ਵਿੱਚ ਉਹਨਾਂ ਨੂੰ ਸਮਝ ਆ ਗਈ ਹੈ ਕਿ ਸ਼ਾਇਦ 2 ਸਾਲ ਤੋਂ ਵੀ ਵੱਧ ਚਲਾਇਆ ਜਾਏ ਤੇ ਪ੍ਰਾਵਧਾਨ ਸਿਰਫ 2 ਸਾਲ ਦਾ, ਲਗਭਗ 8 ਮਹੀਨੇ ਉੱਥੇ ਹੋ ਚੁੱਕੇ ਹਨ। ਇਸ ਲਈ ਉਸ ਨੂੰ UT ਬਣਾਇਆ ਗਿਆ ਹੈ ਕਿ ਕਦੇ ਲੋੜ ਹੀ ਨਾ ਪਏ। ਕਿਉਂਕਿ ਜਿਸ ਵੇਲੇ ਉਹ ਆਈ ਲੈਫਟੀਨੈਂਟ ਗਵਰਨਰ ਦੇ ਤਹਿਤ ਰਾਸ਼ਟਰਪਤੀ ਦੇ ਅਧੀਨ ਗਿਆ, ਲੱਦਾਖ ਵੀ ਤੇ ਜੰਮੂ ਕਸ਼ਮੀਰ ਵੀ, ਤੇ ਫਿਰ ਇਸ ਪ੍ਰਾਵਧਾਨ ਨੂੰ ਲਿਆਉਣ ਦੀ ਲੋੜ ਹੀ ਨਹੀਂ ਪੈਂਦੀ। ਇਹ ਜੇ ਸਾਜ਼ਿਸ਼ ਤੇ ਉਹ ਸਾਜ਼ਿਸ਼ ਦੇ ਤਹਿਤ ਜਿਹੜੇ 5 ਲੱਖ ਮਿਲਟਰੀ ਮੈਨ ਔਰ ਉਸ ਤੋਂ ਇਲਾਵਾ ਬਾਕੀ ਨੀਮ ਫੋਰਸਿਸ ਉੱਥੇ ਤੈਨਾਤ ਕੀਤੀਆਂ ਗਈਆਂ ਨੇ, ਸਾਰੇ ਦੇ ਸਾਰੇ
विदेशी कारकुन ਅਤੇ ਜਿਹੜੇ ਵੀ ਯਾਤਰੂ ਗਏ ਸਨ ਉਹਨਾਂ ਸਾਰਿਆਂ ਨੂੰ ਵਾਪਸ ਲੈ ਲਿਆ ਗਿਆ। ਜੰਮੂ ਕਸ਼ਮੀਰ ਦੇ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਗਿਆ 4 ਮਹੀਨੇ ਦਾ ਸੁੱਕਾ ਰਾਸ਼ਨ ਤੁਸੀਂ ਆਪਣੇ ਘਰ ਵਿੱਚ ਹਮੇਸ਼ਾ ਲਈ ਜਮ੍ਹਾਂ ਕਰਕੇ ਰੱਖੋ। ਰੇਲਵੇ ਨੇ ਵੀ ਸਰਕੂਲੇਸ਼ਨ ਕੱਢ ਕੇ ਕਿਹਾ 4 ਮਹੀਨੇ ਦਾ ਰਾਸ਼ਨ ਆ ਤੁਸੀਂ ਆਪਣੇ ਕੋਲ ਜਮ੍ਹਾਂ ਕਰਕੇ ਰੱਖੋ। CRPF ਨੂੰ ਵੀ ਕਿਹਾ, ਮਿਲਟਰੀ ਨੂੰ ਵੀ ਕਿਹਾ, ਸਾਰਿਆਂ ਨੂੰ ਕਿਹਾ। ਇਸ ਦਾ ਕੀ ਮਤਲਬ ਹੈ? ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੂਨ 84 ਤੋਂ ਬਾਅਦ ਜਿਹੜੇ ਵੁੱਡ ਰੋਜ਼, ਬਲੈਕ ਥੰਡਰ, ਆਪਰੇਸ਼ਨ ਸਰਚ, ਆਪਰੇਸ਼ਨ ਮੰਡ, ਆਪਰੇਸ਼ਨ ਕਲੀਨ ਅਪ ਪੰਜਾਬ ਵਿੱਚ ਚਲਾਏ ਗਏ ਸਨ ਤੇ ਪੰਜਾਬ ਵਿੱਚ ਜਿਹੜੇ ਸਿੱਖ ਪੰਜਾਬ ਦੇ ਆਵਾਜ਼ ਬਣ ਕੇ, ਪੰਜਾਬ ਦੀ ਆਤਮਾ ਬਣ ਕੇ ਸੰਘਰਸ਼ ਕਰ ਰਹੇ ਸਨ ਤੇ ਪੰਜਾਬ ਵਾਸਤੇ ਹਾਂ ਦਾ ਨਾਰਾ ਮਾਰਦੇ ਸਨ, ਉਹਨਾਂ ਸਾਰਿਆਂ ਦੀ ਨਸਲਕਸ਼ੀ ਕੀਤੀ ਗਈ। ਉਸੇ ਤਰੀਕੇ ਨਾਲ ਜੰਮੂ ਕਸ਼ਮੀਰ ਵਿੱਚ ਮੈਂ ਇੰਟਰਨੈਸ਼ਨਲ ਅਵਾਮ ਹਿਊਮਨ ਰਾਈਟਸ ਨੂੰ ਕਹਿਣਾ ਚਾਹੁੰਦਾ ਉਹੀ ਖਤਰਾ ਫਿਰ ਪੈਦਾ ਹੋ ਗਿਆ ਜੇ ਉਸੇ ਢੰਗ ਨਾਲ ਹੀ ਉੱਥੇ ਵੀ ਕਦੇ ਨਸਲਕੁਸ਼ੀ ਨਾ ਹੋ ਜਾਏ। ਇਹ ਕਾਲੇ ਬੱਦਰ ਬਹੁਤ ਹੀ ਤੇਜ਼ੀ ਨਾਲ ਜੰਮੂ ਕਸ਼ਮੀਰ 'ਤੇ ਉਮੜ ਪਏ ਨੇ, ਘੁੰਮੜ ਪਏ ਨੇ ਤੇ ਕਦੇ ਵੀ ਬਰਸ ਸਕਦੇ ਨੇ। ਇਹ ਜੇ ਸਾਜ਼ਿਸ਼ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੰਟਰਨੈਸ਼ਨਲ ਅਵਾਮ ਅੱਗੇ ਵੀ ਕਿ ਉਹ ਇਸ ਚੀਜ਼ ਨੂੰ ਸਮਝੇ, ਕਿਉਂਕਿ ਭਾਰਤ ਸਰਕਾਰ ਨੂੰ ਇਹ ਖੂਨ ਨਾਗਾਲੈਂਡ ਤੋਂ ਲੱਗਾ, ਫਿਰ ਮਿਜ਼ੋਰਮ ਵਿੱਚ ਲੱਗਾ, ਫਿਰ ਸਿੱਕਮ ਵਿੱਚ, ਮਿਜ਼ੋਰਮ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਵਿੱਚ ਲੱਗਾ, ਫਿਰ ਚੌਥੀ ਵਾਰੀ ਅਸਾਮ ਵਿੱਚ ਲੱਗਾ। ਅਸਾਮ ਵਿੱਚ ਜੋ ਕੁਛ ਇਹਨਾਂ ਨੇ ਕਰਾਇਆ ਉਸੇ ਨੂੰ ਹੀ KPS ਗਿੱਲ ਤੇ ਰਿਬੇਰੀਓ ਰਾਹੀਂ ਫਿਰ ਪੰਜਾਬ ਵਿੱਚ 5ਵੀਂ ਵਾਰੀ ਦੁਹਰਾਇਆ ਗਿਆ ਤੇ ਹੁਣ 6ਵੀਂ ਵਾਰੀ ਜੰਮੂ ਕਸ਼ਮੀਰ ਵਿੱਚ ਉਸੇ ਢੰਗ ਨਾਲ ਦੁਹਰਾਇਆ ਜਾਣਾ ਜੇ ਮੈਨੂੰ ਇਸ ਦਾ ਪੂਰਾ ਖਦਸ਼ਾ ਹੈ। ਇਸੇ ਲਈ ਇੱਕ ਪੂਰੇ ਰਾਜ ਨੂੰ ਡਿਮੋਸ਼ਨ ਕਰਕੇ ਅਧੂਰੇ ਰਾਜ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਉਸ ਨੂੰ ਹੀ UT ਬਣਾ ਦਿੱਤਾ ਗਿਆ। ਕਦੇ ਇੰਝ ਹੁੰਦਾ? ਤੁਸੀਂ ਕਹਿ ਰਹੇ ਹੋ ਕਿ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਭਲਾਈ ਕਰ ਰਹੇ ਹਾਂ। ਕੀ ਭਲਾਈ ਤੁਸੀਂ ਉਹਦੇ ਵਿੱਚ ਕੀਤੀ ਹੈ ਬਈ ਮੈਨੂੰ ਸਮਝਾਓ। ਉੱਥੇ ਤੁਹਾਨੂੰ ਕੌਣ ਰੋਕਦਾ ਸੀ ਹੈਵੀ ਇੰਡਸਟਰੀ ਲਿਜਾਣ ਵਾਸਤੇ? ਜਿੰਨੇ ਵੀ ਭਾਰਤ ਸਰਕਾਰ ਦੇ ਮੰਤਰੀ ਨੇ, ਜਿੰਨੇ ਵੀ ਫਿਲਮ ਸਟਾਰ ਨੇ, ਅਮਿਤਾਭ ਬੱਚਨ ਤੋਂ ਲੈ ਕੇ ਹੇਠਾਂ ਤੱਕ, ਚਾਹੇ ਬਿਹਾਰ ਤੱਕ ਦੇ ਮੁੱਖ ਮੰਤਰੀ ਨੇ, ਲੀਡਰ ਨੇ, ਚਾਹੇ RJD ਦੇ ਲੀਡਰ ਨੇ, ਸਾਰਿਆਂ ਦੀਆਂ ਜੰਮੂ ਵਿੱਚ ਇੰਡਸਟਰੀਜ਼ ਚੱਲ ਰਹੀਆਂ ਨੇ, ਵੱਡੀਆਂ ਇੰਡਸਟਰੀ ਚੱਲ ਰਹੀਆਂ ਨੇ। ਮੈਂ ਨਿਰਪੱਖ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕਰਦਾ ਕਿ ਇੱਕ ਕੁਐਸਚਨ ਪਾ ਕੇ ਸਾਰਿਆਂ ਦੇ ਨਾਂ ਪੁੱਛੋ ਕਿ ਦੱਸੋ ਜੰਮੂ ਵਿੱਚ ਕਿਸ ਕਿਸ ਦੀ ਇੰਡਸਟਰੀ ਚੱਲ ਰਹੀ ਹੈ। ਤੁਹਾਡੇ ਸਾਹਮਣੇ ਸੱਚਾਈ ਆ ਜਾਏਗੀ। ਝੂਠ ਬੋਲਦੇ ਨੇ ਕਿ ਸਾਨੂੰ ਉੱਥੇ ਜ਼ਮੀਨ ਨਹੀਂ ਸੀ ਲੈਣ ਦਿੰਦੇ ਇਸ ਕਰਕੇ ਹੈਵੀ ਇੰਡਸਟਰੀ ਨਹੀਂ ਲੱਗੀ। ਬਈ ਪੰਜਾਬ ਵਿੱਚ ਤਾਂ ਤੁਹਾਨੂੰ ਜ਼ਮੀਨ ਲੈਣ ਦਿੰਦੇ ਆ, ਪੰਜਾਬ ਵਿੱਚ ਤੁਸੀਂ ਹੈਵੀ ਇੰਡਸਟਰੀ ਕਿਉਂ ਨਹੀਂ ਲਾਈ ਜੂਨ 84 ਤੋਂ ਬਾਅਦ? ਤੁਸੀਂ ਕਹਿੰਦੇ ਸੀ ਅਸੀਂ ਆਰਥਿਕਤਾ ਖੜੀ ਕਰਾਂਗੇ, ਪੰਜਾਬ ਦੇ ਨੌਜਵਾਨ ਨੂੰ ਅਸੀਂ ਰੋਜ਼ਗਾਰ ਦੇਵਾਂਗੇ। ਕਿਹੜਾ ਰੋਜ਼ਗਾਰ ਦਿੱਤਾ? ਜਿਹੜਾ 35% ਪੰਜਾਬ ਦਾ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੁੰਦਾ ਸੀ ਉਸ ਨੂੰ ਵੀ ਤੁਸੀਂ 1.5% 'ਤੇ ਲੈ ਕੇ ਆ ਗਏ। ਰੋਜ਼ਗਾਰ ਸਾਡੇ ਤੋਂ ਖੋਹ ਲਿਆ ਤੇ ਪੰਜਾਬ ਨੂੰ ਕੀ ਦਿੱਤਾ? ਪੰਜਾਬ ਖਾਲੀ ਕਰਾਉਣ ਦਾ ਸਾਜ਼ਿਸ਼ ਦੇ ਅਧੀਨ ਇੱਕ ਏਜੰਡਾ, ਆਰਥਿਕ ਏਜੰਡਾ ਦੇ ਦਿੱਤਾ ਕਿ ਪੰਜਾਬ ਦੇ ਸਾਰੇ ਸਿੱਖ ਬੱਚਿਆਂ ਨੂੰ ਕਹਿ ਦਿੱਤਾ ਬਈ ਜਾਓ ਤੁਸੀਂ ਵਿਦੇਸ਼ਾਂ ਹੀ ਜਾਓ, ਆਪੋ ਆਪਣੇ ਕਿੱਲੇ ਵੇਚੋ, ਪੰਜਾਬ ਖਾਲੀ ਕਰੋ। ਤੇ ਕਦੇ ਸਿੱਖੋ ਤੁਸੀਂ ਇਹ ਸੋਚਿਆ ਕਿ ਤੁਹਾਡੇ ਹੁਣ ਤੱਕ 10 ਲੱਖ ਬੱਚੇ ਵਿਦੇਸ਼ਾਂ ਹੀ ਚਲੇ ਗਏ? ਜੂਨ 84 ਤੋਂ ਬਾਅਦ ਟੋਟਲ 25 ਲੱਖ ਪੰਜਾਬ ਦੇ ਲੋਕ ਵਿਦੇਸ਼ਾਂ ਹੀ ਚਲੇ ਗਏ ਤੇ ਪੰਜਾਬ ਦੀ ਆਬਾਦੀ ਘਟਣ ਦੀ ਬਜਾਏ ਵੱਧ ਗਈ, ਜਦ ਕਿ ਸਿੱਖ ਸਮਾਜ ਦੀ ਆਬਾਦੀ ਹੁਣ ਦੀ ਜਨਗਣਨਾ ਵਿੱਚ ਘਟ ਗਈ ਜੇ। ਜਨਮ ਰੇਸ਼ੋ ਵੀ ਘਟ ਗਿਆ ਤੇ ਫਿਰ ਪੰਜਾਬ ਦੀ ਆਬਾਦੀ ਕਿਵੇਂ ਵਧੀ? ਉਹ 25 ਲੱਖ ਵੀ ਬਾਹਰੋਂ ਮਾਈਗ੍ਰੇਟਡ ਲੇਬਲ ਲਿਆ ਕੇ ਪੰਜਾਬ ਵਿੱਚ ਵਸਾ ਦਿੱਤੀ, ਜਿਹਨੂੰ ਹਿੰਦੂਤਵਾ ਦਾ ਏਜੰਡਾ ਦੇ ਦਿੱਤਾ, ਪੰਜਾਬ ਘੇਰ ਲਿਆ ਗਿਆ ਜੇ। ਸੇਮ ਇਹੀ ਸਾਰੇ ਕੰਮ, ਕਿਉਂਕਿ ਮੈਂ ਇਸ ਵੇਲੇ ਗੱਲ ਜੰਮੂ ਕਸ਼ਮੀਰ ਦੀ ਕਰ ਰਿਹਾ, ਇਸ 'ਤੇ ਕਦੇ ਫਿਰ ਮੈਂ ਆਪਣੀ ਕੀ ਪੁਸਤਕ ਖਾਲਿਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ 'ਚ ਇਸ ਨੂੰ 2007 ਵਿੱਚ ਬੜੀ ਡਿਟੇਲ ਵਿੱਚ ਛਾਪਿਆ ਸੀ ਪੂਰੇ। ਪਰ ਮੇਰੀ ਕਿੱਥੇ ਸਿੱਖ ਸੁਣਦੇ ਨੇ, ਪਤਾ ਨਹੀਂ ਕਿਉਂ ਨਹੀਂ ਸੁਣਦੇ। ਪੰਥ ਦੀ ਗੱਲ ਵੀ ਸਿੱਖ ਨਹੀਂ ਸੁਣਦੇ, ਗੁਰੂ ਦੀ ਗੱਲ ਵੀ ਸਿੱਖ ਨਹੀਂ ਸੁਣਦੇ। ਅੱਜ ਉਹੀ ਕੰਮ ਫਿਰ ਹੁਣ ਜੰਮੂ ਕਸ਼ਮੀਰ ਨਾਲ ਹੋਣਾ ਜੇ। ਤੇ ਮੈਂ ਜੰਮੂ ਕਸ਼ਮੀਰ ਦੇ ਆਵਾਮ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਬਾਕੀ ਭਾਰਤ ਵਿੱਚ ਉਹਨਾਂ ਦੇ ਨੌਜਵਾਨ ਪੜ੍ਹ ਰਹੇ ਨੇ, ਬੱਚੇ ਬੱਚੀਆਂ ਪੜ੍ਹ ਰਹੇ ਨੇ, ਉਹ ਸੁਰੱਖਿਅਤ ਰਹਿਣਗੇ, ਉਹਨਾਂ ਨੂੰ ਪੰਜਾਬ ਭੇਜ ਦਿਓ। ਪੰਜਾਬ ਉਹਨਾਂ ਨੂੰ ਆਪਣੇ ਗਲਵਖੜੀ 'ਚ ਲਏਗਾ, ਪੰਜਾਬ ਉਹਨਾਂ ਦੀ ਸੁਰੱਖਿਆ ਕਰੇਗਾ, ਸਿੱਖ ਸਮਾਜ ਉਹਨਾਂ ਦੀ ਸੁਰੱਖਿਆ ਕਰੇਗਾ। ਮੈਂ ਇਸ ਆਹਵਾਨ ਨਾਲ
इस अपील नाल, इस बेनती नाल अंतरराष्ट्रीय समुदाय नूं कहना कि यह धारा 370 सिर्फ दा मसला नहीं है, ऐसे च ਜਿਹੜੇ गंभीर मुद्दे ने वो ने राज का पुनर्गठन कर दिता गया, तो पुनर्गठन करने वास्ते इस संविधान नूं कतल कर दिता गया। इस संविधान के सारे प्रावधान तोड़ दिते गए, किसी एक नूं भी अमल विच लिया के राज का पुनर्गठन नहीं किया गया। इस तरीके नाल हुण भारत के 28 सूबियां ते कुहाड़ा लटक गया जे, तलवार लटक गई है। जो मर्जी चाहे फासिस्ट हिंदूवादी सरकार उस राज को खत्म भी कर सकती है, यूटी भी बना सकती है बिना उसनों पूछे, तो उसका नाम भी परिवर्तन कर सकती है, तो उसका वजूद भी खत्म कर सकती है। वजूद जिवें जम्मू कश्मीर के लोगों का खत्म किया गया, क्योंकि उन्होंने पहचान भी का भी मसला खड़ा हो गया, उन्होंने सिविलाइजेशन का मसला भी खड़ा हो गया। इस तरीके नाल बाकी सूबियां का भी खड़ा हो जाएगा। एक काम है कि कला 370 का मसला नहीं है, एक काम हैगा। दूसरा काम हैगा कि जम्मू कश्मीर का राज का दर्जा खत्म करने तो बाद उसका डिमोशन कर दिता गया, उसनों वंड दिता गया, तो उसनों यूटी बना दिता गया। तीसरा मसला खत्म हो गया कि राज नूं पुछे बिना उत्थे विधान सभा दीयां सीटां भी वधा दित्तियां, तो उन्हां दा भी पुनर्गठन करना आरंभ कर दिता गया। चौथा मसला खड़ा हो गया, क्योंकि यह इंटरनेशनल मसला है, यूएनओ विच भी यह मसला हैगा कि मकबूजा कश्मीर दीयां 24 सीटां दा की होएगा, जिहड़ा कश्मीर चाइना के कब्जे च उसका की होएगा। पंजवां मसला है पैदा कर दिता कि हुण कश्मीर नूं कर्फ्यू च लैके उत्थों का नस्लघात किया जाएगा। आओ इन्हां मसलियां नूं चुकीए। सिर 370 दोहरी नागरिकता, आओ जाके जमीन खरीदीए, किसी को कोई अधिकार नहीं जे मिल रहे। हाले तो पार्लियामेंट बिल पास होएगा, फिर उस तो बाद राष्ट्रपति साइन करेगा। मैनू पता उन्हें कर देना है, क्योंकि वो भी शेड्यूल कास्ट ब्राह्मण बना के राष्ट्रपति बनाया गया। मैं माफ़ी चाहूँगा, क्योंकि ऐसी लिखा है शेड्यूल कास्ट दर्जा डॉक्टर भीमराव अंबेडकर ने दवाया, उसका फ़ायदा चुन के वो ब्राह्मण बन गया, तो उसनों राष्ट्रपति बनाया गया। पर फिर भी ब्राह्मणों ने उन्होंने अपने मंदिर विच नहीं वड़न दिता, उन्होंने साइन करने जिमें अकाली दल ने अपने ही मैनीफेस्टो वध अधिकारां फैडरल ढांचे के विरुद्ध वोट पा के सत्ता विच अपने आप को शामिल रखने लई खालसा पंथ की साइकी का कतल कर दिता। तो हुण 550 सालों ते भी सारे जड़े स्टेजां ने वो ब्राह्मणों नूं दे के नानक की विचारधारा का भी कतल करनगे। उस तरीके नाल जम्मू कश्मीर की आवाम की आवाज़ का भी कतल किया जा रहा। आओ इन्हां मुद्दों नूं चुकीए ते ठोक के अगे आइए। मेरिया इन्हां बेनतियां नूं प्रवान करिया जे। वाहिगुरू जी का खालसा, वाहिगुरू जी की फतेह।